ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਬੇਟੇ, ਆਪਾਂ ਇੱਥੇ ਪੰਜਾਬ ਜੀਕੇ ਦੀ ਸੀਰੀਜ਼ ਕਰ ਰਹੇ ਸੀਗੇ ਤੇ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਆਉਣ ਲੱਗੀ ਹੈ। ਥੋੜਾ ਜਿਹਾ ਬਿਜ਼ੀ ਸੀਗਾ ਮੈਂ। ਤੇ ਪੰਜਾਬ ਜੀਕੇ ਦੇ ਵਿੱਚ ਲਾਸਟ ਆਪਾਂ ਕੀਤਾ ਜੀ ਸੂਫੀ ਕਾਵ, ਜਿਹੜਾ ਆਪਾਂ ਉਹਦਾ ਲਗਭਗ ਸਾਰਾ ਆਪਾਂ ਜਿੰਨੇ ਵੀ ਇੰਪੋਰਟੈਂਟ ਕਵੀ ਸੀਗੇ ਆਪਾਂ ਸਾਰੇ ਪੜ੍ਹ ਲਏ ਆ। ਠੀਕ ਹੈ, ਉਹਨਾਂ ਨੂੰ ਵਾਰ-ਵਾਰ ਰਿਵਾਈਜ਼ ਕਰੋ ਰਾਜੇ, ਉਹਨਾਂ ਵਿੱਚੋਂ ਹੀ ਕੁਐਸਚਨ ਬਣੇ ਆ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜੀਕੇ ਦੇ ਇੱਕ ਆਪਾਂ 1000 ਕੁਐਸਚਨ ਜਿਹੜੇ ਹੈਗੇ ਰਾਜੇ ਉਹ ਲਾਂਚ ਕੀਤੇ ਸੀਗੇ ਤੇ ਉਹ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਥਿਊਰੀ ਕੰਪਲੀਟ ਕਰ ਲਈ ਹੈ। ਤੇ ਬਾਕੀ ਜਿਹੜੀ ਇਹ ਕਲਾਸਿਸ ਹੈਗੀਆਂ ਇਹਦੀਆਂ ਪੀਡੀਐਫ ਵੀ ਤੁਹਾਨੂੰ ਕਿੱਥੇ ਮਿਲਣਗੀਆਂ ਰਾਜੇ, ਆਪਣੇ ਇਸ ਕੋਰਸ ਦੇ ਵਿੱਚ ਹੀ ਮਿਲਣਗੀਆਂ। ਤਾਂ ਅੱਜ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਉਹ ਵੀ ਬਹੁਤ ਇੰਪੋਰਟੈਂਟ ਹੈ ਟੌਪਿਕ। ਤੇ ਆਪਾਂ ਸਾਰੀ ਜਿਹੜੀ ਪੰਜਾਬ ਜੀਕੇ ਰਾਜੇ ਕੰਪਲੀਟ ਕਰਾਂਗੇ। ਕਈ ਬੱਚੇ ਪੁੱਛਦੇ ਆ, ਮੈਸੇਜ ਕਰਦੇ ਆ ਕਿ ਸਰ ਕੰਪਲੀਟ ਕਦੋਂ ਹੋਊਗੀ, ਤਾਂ ਜਲਦੀ ਆਪਾਂ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰਾਂਗੇ ਇਹਨੂੰ। ਠੀਕ ਹੈ, ਤਾਂ ਗੱਲ ਕਰਦੇ ਆ ਰਾਜੇ, ਜਿਹੜਾ ਆਪਾਂ ਅੱਜ ਪੜ੍ਹਨਾ ਹੈਗਾ ਉਹ ਹੈਗਾ ਜੀ ਕਿੱਸਾ ਕਾਵ। ਤੁਸੀਂ ਹੁਣ ਤੱਕ ਡਾਇਰੈਕਟ ਪੜ੍ਹਦੇ ਆਏ ਹੋਵੋਗੇ ਵੀ ਹੀਰ ਰਾਂਝਾ ਕਿਹਨੇ ਲਿਖੀ ਹੈ, ਹੀਰ ਕਿਹਨੇ ਲਿਖੀ ਹੈ, ਠੀਕ ਹੈ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਪੂਰਨ ਭਗਤ ਕਿਹਨੇ ਲਿਖੀ ਹੈ। ਤਾਂ ਆਪਾਂ ਸਿਰਫ ਇੱਕ ਰੱਟਾ ਮਾਰਦੇ ਹਾਂ, ਪਰ ਉਹ ਰੱਟਾ ਕਈ ਵਾਰੀ ਇੰਨਾ ਕਨਫਿਊਜ਼ ਹੋ ਜਾਂਦਾ ਬੰਦਾ ਕਿ ਅਕਸਰ ਕੁਐਸਚਨ ਗਲਤ ਕਰ ਦਿੰਦਾ। ਤਾਂ ਇਹ ਲਗਭਗ ਮੈਨੂੰ ਲੱਗਦਾ 15-20 ਮਿੰਟ ਦੀ ਵੀਡੀਓ ਹੋਊਗੀ ਲਗਭਗ, ਜਾਂ ਤਾਂ ਵੱਧ ਤੋਂ ਵੱਧ ਅੱਧੇ ਘੰਟੇ ਦੀ ਵੀਡੀਓ ਹੋਊਗੀ। ਤੁਸੀਂ ਵੀਡੀਓ ਦੇਖ ਲਓਗੇ, ਮੈਨੂੰ ਲੱਗਦਾ ਤੁਹਾਨੂੰ ਪੱਕਾ ਯਾਦ ਹੋ ਜਾਊਗਾ, ਕਿਉਂਕਿ ਆਪਾਂ ਉਹਦੇ ਬੈਕਗਰਾਉਂਡ ਦੇ ਵਿੱਚ ਜਾਵਾਂਗੇ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿੰਦਾ ਬੇਟੇ। ਬਹੁਤ ਸਾਰੇ ਬੱਚੇ ਪੁੱਛਦੇ ਆ ਕਿ ਤੁਹਾਡੇ ਕੋਰਸ ਤੇ ਆਫ ਕਦੋਂ ਲੱਗੂਗਾ। ਮੈਂ ਤੁਹਾਨੂੰ ਦੱਸ ਦਿੰਦਾ ਰਾਜੇ, ਮੇਰਾ ਆਲਰੇਡੀ ਪ੍ਰਾਈਸ ਜਿਹੜਾ ਹੁੰਦਾ, ਜਿੰਨਾ ਕੰਪਨੀ ਕਹਿੰਦੀ ਮੈਂ ਉਸ ਤੋਂ ਘੱਟ ਹੀ ਦਿਖਵਾਉਣਾ ਹੈ। ਠੀਕ ਹੈ ਜੀ, ਉਹਨਾਂ ਨੂੰ ਰਿਕੁਐਸਟ ਕਰਕੇ। ਪਰ ਪਹਿਲੀ ਵਾਰੀ ਇਹਨਾਂ ਨੇ ਆਪਾਂ ਨੂੰ ਦੇ ਰਹੇ ਨੇ ਇਸ ਹਰੇਕ ਕੋਰਸ ਤੇ 20% ਆਫ ਦੇ ਰਹੇ ਨੇ ਰਾਜੇ। ਉਹਦੇ ਵਾਸਤੇ ਇੱਕ ਕੂਪਨ ਕੋਡ ਲਗਾਉਣਾ ਤੁਸੀਂ, ਜਿੱਥੇ ਬਾਏ ਨਾਓ ਦੀ ਆਪਸ਼ਨ ਤੇ ਜਾਓਗੇ ਨਾ, ਬਾਏ ਨਾਓ ਦੀ ਆਪਸ਼ਨ ਤੇ ਜਾਓਗੇ ਉੱਥੇ ਕੂਪਨ ਕੋਡ ਮੰਗੂਗਾ। ਤਾਂ ਕੂਪਨ ਕੋਡ ਹੈਗਾ ਜੀ ਫਰੀडम। ਠੀਕ ਹੈ ਜੀ, ਫਰੀडम ਕੂਪਨ ਕੋਡ ਲਾ ਦਿਓ, ਤੁਹਾਨੂੰ ਜਿੰਨਾ ਉਹਦਾ ਪ੍ਰਾਈਸ ਹੋਊਗਾ ਤੇ 20% ਆਫ ਮਿਲ ਜੂਗਾ। ਤਾਂ ਸਪੈਸ਼ਲੀ ਜਿਨ੍ਹਾਂ ਨੇ ਜੀਕੇ ਦਾ ਲੈਣਾ ਰਾਜੇ, ਪੰਜਾਬ ਜੀਕੇ ਦਾ ਅੱਜ ਲੈ ਲਿਓ, ਨਹੀਂ ਤਾਂ ਕੱਲ ਨੂੰ ਫਿਰ ਮਹਿੰਗਾ ਹੋ ਜਾਊਗਾ। ਠੀਕ ਹੈ, ਤਾਂ ਇਹ ਸਿਰਫ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ। ਬਾਕੀ ਜੇ ਫ੍ਰੀ ਚ ਪੜ੍ਹਨਾ ਰਾਜੇ, ਤੁਸੀਂ ਆਪਾਂ ਪੜ੍ਹ ਹੀ ਰਹੇ ਹਾਂ ਆਲਰੇਡੀ ਬਹੁਤ ਵਧੀਆ ਢੰਗ ਦੇ ਨਾਲ। ਤਾਂ ਚਲੋ ਜੀ ਆਪਾਂ ਗੱਲ ਕਰਦੇ ਹਾਂ, ਕਿੱਸਾ ਕਾਵ ਦੀ ਗੱਲ ਕਰਦੇ ਹਾਂ। ਪਹਿਲਾਂ ਆਪਾਂ ਦੇਖਦੇ ਹਾਂ ਵੀ ਕਿੱਸਾ ਕਾਵ ਹੁੰਦਾ ਕੀ ਹੈ। ਹੁਣ ਜਿਹੜਾ ਪੰਜਾਬੀ ਆਪਣਾ ਸਾਹਿਤ ਹੈਗਾ ਰਾਜੇ, ਇਹਦੇ ਵਿੱਚ ਬਹੁਤ ਸਾਰਾ ਮਤਲਬ ਕਿ ਇੱਕ ਬਹੁਤ ਵੱਡਾ ਖਜ਼ਾਨਾ ਹੈ। ਇਹਦੇ ਵਿੱਚ ਆਪਾਂ ਨਾਵਲ ਵੀ ਪੜ੍ਹਦੇ ਹਾਂ, ਕਿੱਸੇ ਕਾਵ ਵੀ ਪੜ੍ਹਦੇ ਹਾਂ, ਪੋਇਮ ਵੀ ਪੜ੍ਹਦੇ ਹਾਂ। ਤਾਂ ਕਿੱਸਾ ਕਾਵ ਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕਹਿੰਦਾ ਜੀ ਪੰਜਾਬੀ ਸਾਹਿਤ ਦੇ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਕਿੱਸੇ ਹੁੰਦੇ ਰਾਜੇ ਜਿਵੇਂ ਜਿਹਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ, ਆਪਾਂ ਕਹਿ ਸਕਦੇ ਹਾਂ। ਠੀਕ ਹੈ, ਉਹਨਾਂ ਨੂੰ ਕਿੱਸੇ ਕਹਿ ਦਿੰਦੇ ਆ। ਲਾਈਕ ਜਿਵੇਂ ਪੂਰਨ ਭਗਤ ਹੋ ਗਿਆ, ਠੀਕ ਹੈ ਜੀ, ਹੀਰ ਹੋ ਗਈ, ਠੀਕ ਹੈ, ਮਿਰਜ਼ਾ ਸਾਹਿਬਾ ਹੋ ਗਿਆ, ਇਹ ਕਿੱਸੇ ਨੇ ਪੰਜਾਬ ਦੇ। ਤਾਂ ਕਹਿੰਦਾ ਜੀ ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਦੇ ਵਿੱਚ, ਹਰ ਕਾਲ ਦਾ ਮਤਲਬ ਕੀ ਹੈ, ਹਰ ਸਮੇਂ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਪ੍ਰੇਮ ਕਥਾਵਾਂ ਹੋ ਗਈਆਂ ਸਾਨੂੰ ਕਿੱਸਿਆਂ ਦੇ ਰੂਪ ਦੇ ਵਿੱਚ ਮਿਲਦੀਆਂ ਨੇ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ ਰਾਜੇ, ਕਹਿੰਦਾ ਜੀ ਕਹਾਣੀਆਂ ਸੁਣਾਉਣ ਦਾ ਜਿਹੜਾ ਰਿਵਾਜ ਹੈਗਾ ਪੰਜਾਬ ਦੇ ਵਿੱਚ ਬਹੁਤ ਪੁਰਾਣਾ ਹੈ। ਹੁਣ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਅਗਰ ਮੈਂ ਆਪਦੀ ਜਨਰੇਸ਼ਨ ਦੀ ਗੱਲ ਕਰਾਂ ਤਾਂ ਬੱਚੇ ਰਾਤ ਨੂੰ ਆਪਣੀ ਦਾਦੀ ਕੋਲੋਂ ਕਹਾਣੀਆਂ ਸੁਣਦੇ ਸੀਗੇ। ਚਲੋ ਅੱਜ ਕੱਲ੍ਹ ਟਾਈਮ ਚੇਂਜ ਹੋ ਗਿਆ, WhatsApp ਦਾ ਜ਼ਮਾਨਾ ਆ ਗਿਆ, ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ। ਹੁਣ ਉਲਟਾ ਹੋ ਗਿਆ, ਲੋਕਾਂ ਕੋਲ ਟਾਈਮ ਨਹੀਂ ਹੈਗਾ ਆਪਣੇ ਬਜ਼ੁਰਗਾਂ ਕੋਲੇ ਬੈਠਣ ਦਾ। ਪਰ ਉਸ ਟਾਈਮ ਤੇ ਐਂਟਰਟੇਨਮੈਂਟ ਦਾ ਬਹੁਤ ਵੱਡਾ ਸਾਧਨ ਕੌਣ ਹੁੰਦਾ ਸੀ, ਸਾਡੇ ਬਜ਼ੁਰਗ ਹੀ ਹੁੰਦੇ ਸੀਗੇ। ਉਹ ਸਾਨੂੰ ਕਿੱਸੇ ਸੁਣਾਉਂਦੇ ਹੁੰਦੇ ਸੀਗੇ ਤੇ ਉਹ ਕਿੱਸੇ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਅਹਿਮੀਅਤ ਰੱਖਦੇ ਸੀ, ਸਾਨੂੰ ਕੁਛ ਨਾ ਕੁਛ ਸਿਖਾਉਂਦੇ ਸੀਗੇ। ਠੀਕ ਹੈ, ਤਾਂ ਕਹਾਣੀਆਂ ਸੁਣਾਉਣ ਦਾ ਰਿਵਾਜ ਕਹਿੰਦੇ ਜੀ ਪੰਜਾਬ ਦੇ ਵਿੱਚ ਬਹੁਤ ਪੁਰਾਣਾ ਹੈ। ਕਹਿੰਦਾ ਜੀ ਇਹਨਾਂ ਕਹਾਣੀਆਂ ਨੂੰ ਸਾਹਿਤ ਦੇ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ। ਕਹਿਣ ਦਾ ਮਤਲਬ ਕਹਾਣੀ ਆਪਾਂ ਸੁਣਾ ਰਹੇ ਹਾਂ ਉਹਨੂੰ ਇੱਕ ਇੱਕ ਮਤਲਬ ਕਿ ਲਿਖਤੀ ਰੂਪ ਦੇ ਵਿੱਚ ਅਗਰ ਆਪਾਂ ਲੈ ਕੇ ਆਉਣਾ, ਸਾਹਿਤ ਦੇ ਵਿੱਚ ਲੈ ਕੇ ਆਉਣਾ, ਤਾਂ ਉਹਨੂੰ ਆਪਾਂ ਕਿਹਦੇ ਵਿੱਚ ਲੈ ਕੇ ਆਵਾਂਗੇ, ਕਵਿਤਾ ਦੇ ਰੂਪ ਦੇ ਵਿੱਚ ਲੈ ਕੇ ਆਵਾਂਗੇ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਰਾਜੇ, ਇਹਦੇ ਵਿੱਚ ਕਹਿੰਦਾ ਜੀ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਕੀ ਕਿਹਾ ਜਾਂਦਾ ਜੀ, ਕਿੱਸਾ ਕਿਹਾ ਜਾਂਦਾ ਹੈ। ਹੁਣ ਜਿਵੇਂ ਆਪਾਂ ਕੋਈ ਵਾਰ, ਆਪਾਂ ਕੋਈ ਕਵਿਤਾ ਗਾ ਰਹੇ ਹੁੰਦੇ, ਢਾਡੀ ਸਿੰਘ ਕਵਿਤਾ ਗਾ ਰਹੇ ਹੁੰਦੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵਾਰ। ਠੀਕ ਹੈ, ਜੇ ਕੋਈ ਆਪਾਂ ਕਵਿਤਾ ਕਹਾਣੀ ਤੌਰ ਤੇ ਸੁਣਾ ਰਹੇ ਉਹਨੂੰ ਕਹਿ ਦਿੰਦੇ ਆ ਕਿੱਸਾ। ਠੀਕ ਹੈ, ਤਾਂ ਨੈਕਸਟ ਗੱਲ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਪੰਜਾਬ ਦੇ ਵਿੱਚ ਜਿਹੜੇ ਕਿੱਸੇ ਮਸ਼ਹੂਰ ਹੈਗੇ ਉਹ ਹੀਰ ਰਾਂਝਾ ਕਿੱਸਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਪੂਰਨ ਭਗਤ, ਇਹ ਸਾਰੇ ਕਿੱਸੇ ਆਪਾਂ ਨੂੰ ਮਿਲਦੇ ਆ, ਰਾਜਾ ਰਸਾਲੂ ਵਗੈਰਾ। ਠੀਕ ਹੈ, ਤਾਂ ਕੁਝ ਕਿੱਸੇ ਆਪਾਂ ਨੂੰ ਨਹੀਂ ਪਤਾ ਹੋਊਗਾ, ਆਪਾਂ ਪਹਿਲੀ ਵਾਰੀ ਦੇਖੇ ਹੋਣਗੇ, ਆਪਾਂ ਸੁਣਦੇ ਵੀ ਨਹੀਂਗੇ। ਇਹਨਾਂ ਬਾਰੇ ਆਪਾਂ ਨੂੰ ਪਤਾ ਹੀ ਹੋਊਗਾ, ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਤੇ ਮਿਰਜ਼ਾ ਸਾਹਿਬਾ। ਕਹਿੰਦੇ ਜੀ ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਉੱਪਰ ਜ਼ਬਾਨੀ ਚੜੇ ਹੋਏ ਆ, ਕਿਹੜੇ ਕਿੱਸੇ, ਜਿਹੜੇ ਆ ਤੁਹਾਨੂੰ ਮੈਂ ਦੱਸੇ ਆ, ਇਹ ਤੁਹਾਨੂੰ ਸਾਰਿਆਂ ਨੂੰ ਯਾਦ ਵੀ ਹੋਣਗੇ। ਠੀਕ ਹੈ, ਇਹਨਾਂ ਦੀ ਕਹਾਣੀ ਹੈ ਕੀ ਹੈ। ਤਾਂ ਕਹਿੰਦਾ ਜੀ ਇਹਨਾਂ ਕਿੱਸਿਆਂ ਦੀ ਜਿਹੜੀ ਜੜ੍ਹਾਂ ਹੈਗੀਆਂ ਨੇ ਰਾਜੇ, ਪੂਰੇ ਪੰਜਾਬ ਦੇ ਵਿੱਚ ਕੀ ਨੇ, ਬਹੁਤ ਡੂੰਘੀਆਂ ਨੇ। ਕਹਿਣ ਦਾ ਮਤਲਬ ਕਿ ਇਹ ਸਾਡੇ ਪੰਜਾਬ ਦਾ ਇੱਕ ਵਡਮੁੱਲਾ ਇਤਿਹਾਸ ਕਹਿ ਸਕਦੇ ਹਾਂ, ਕਿੱਸੇ ਕਹਿ ਸਕਦੇ ਹਾਂ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਆਪਾਂ ਸ਼ੁਰੂ ਕਰਦੇ ਹਾਂ ਰਾਜੇ। ਸਭ ਤੋਂ ਪਹਿਲਾਂ ਜਿਹੜਾ ਆਪਾਂ ਕਿੱਸਾਕਾਰ ਦੇ ਬਾਰੇ ਪੜ੍ਹਨਾ ਹੋਵੇਗਾ ਜੀ, ਪੀਲੂ। ਹੁਣ ਤੁਸੀਂ ਕਹੋਗੇ ਸਰ ਜੀ ਇਹਦੀ ਜਨਮ ਡੇਟ ਤੇ ਡੈਥ ਡੇਟ ਕੀ ਹੈ, ਤਾਂ ਇਹ ਕਦੇ ਵੀ ਇਤਿਹਾਸ ਦੇ ਵਿੱਚ ਪ੍ਰਮਾਣਿਕ ਨਹੀਂ ਹੈਗੀ ਗੀ। ਇਹਦੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਡੇਟ ਤੇ ਮੌਤ ਦਾ ਟਾਈਮ ਮਿਲਦਾ ਹੈ। ਪਰ ਪੰਜਾਬ ਦੇ ਪੇਪਰ ਵਿੱਚ ਐਗਜ਼ਾਮੀਨਰ ਉਹੀ ਚੀਜ਼ ਪੁੱਛਦਾ ਜਿਹੜੀ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋਊਗੀ। ਉਹ ਕਦੇ ਨਹੀਂ ਪੁੱਛੂਗਾ ਕਿ ਪੀਲੂ ਦਾ ਜਨਮ ਕਦੋਂ ਹੋਇਆ, ਕਿੰਨੇ ਕਦੋਂ ਦੀ ਡੈਥ ਹੋਈ ਹੈ। ਹਾਂ ਇਹ ਪੁੱਛ ਸਕਦਾ ਵੀ ਕਿੱਥੇ ਹੋਇਆ,
ਕਿਹੜੀ-ਕਿਹੜੀ ਉਹਦੀ ਰਚਨਾਵਾਂ ਨੇ, ਠੀਕ ਹੈ। ਤਾਂ ਇਹਦੇ ਬਾਰੇ ਚਿੰਤਾ ਨਹੀਂ ਕਰਨੀ, ਗੂਗਲ ਤੇ ਸਰਚ ਨਾ ਮਾਰਨ ਲੱਗ ਜਾਓ, ਅਲੱਗ-ਅਲੱਗ ਡੇਟਸ ਮਿਲਣਗੀਆਂ ਤੁਹਾਨੂੰ। ਤਾਂ ਜੋ ਤੁਹਾਡੇ ਵਾਸਤੇ ਇੰਪੋਰਟੈਂਟ ਹੈਗਾ ਉਹ ਮੈਂ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਪੂਰਾ ਨਿਚੋੜ ਕੱਢ ਕੇ। ਤਾਂ ਪੀਲੂ ਕੌਣ ਸੀਗਾ ਰਾਜੇ? ਪੀਲੂ ਇੱਕ ਮੁਸਲਮਾਨ ਜੱਟ ਸੀਗਾ, ਠੀਕ ਹੈ ਜੀ। ਤੁਹਾਨੂੰ ਪਤਾ ਮਿਰਜ਼ਾ ਵੀ ਕੀ ਸੀਗਾ? ਇੱਕ ਮੁਸਲਮਾਨ ਜੱਟ ਸੀਗਾ। ਤਾਂ ਪੀਲੂ ਕੌਮ ਦਾ ਮੁਸਲਮਾਨ ਜੱਟ ਸੀਗਾ ਤੇ ਉਹਦਾ ਪਿੰਡ ਸੀਗਾ ਵੈਰੋਵਾਲ। ਇਹ ਵੈਰੋਵਾਲ ਕਿੱਥੇ ਪੈਂਦਾ ਰਾਜੇ? ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ। ਇਹ ਮੈਂ ਆਪਣੇ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ, ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਜਦੋਂ ਪੰਜਾਬ ਤੇ ਪਾਕਿਸਤਾਨ ਇਕੱਠੇ ਸੀਗੇ, ਇੰਡੀਆ ਤੇ ਪਾਕਿਸਤਾਨ। ਤਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਪੀਲੂ ਦੇ ਜਨਮ ਮਰਨ ਦੀਆਂ ਕਹਿੰਦਾ ਤਿੱਥਾਂ ਜਾਂ ਆਪਾਂ ਪ੍ਰਮਾਣ ਕਹਿ ਸਕਦੇ ਹਾਂ, ਕੋਈ ਗਵਾਹੀ ਨਹੀਂ ਮਿਲਦੀਗੀ, ਕੋਈ ਤੱਥ ਨਹੀਂ ਮਿਲਦੇ ਜਿੱਥੋਂ ਸਪਸ਼ਟ ਹੋਵੇ ਕਿ ਉਹਦਾ ਜਨਮ ਕਦੋਂ ਹੋਇਆ, ਕਦੋਂ ਉਹ ਮਰਿਆ। ਪਰ ਇਹ ਮੰਨਿਆ ਜਾਂਦਾ ਕਿ ਉਹ ਗੁਰੂ ਅਰਜਨ ਦੇਵ ਜੀ ਤੇ ਆਪਣੇ ਅਕਬਰ ਦਾ ਸਮਕਾਲੀ ਸੀਗਾ, ਠੀਕ ਹੈ। ਇੱਥੇ ਅਕਬਰ ਦਾ ਸਮਕਾਲੀ ਵਾਲਾ ਜਿਹੜਾ ਚੀਜ਼ ਹੈਗਾ ਇਹ ਇੰਪੋਰਟੈਂਟ ਹੈ ਤੁਹਾਡੇ ਵਾਸਤੇ, ਕਈ ਵਾਰ ਪੁੱਛ ਲੈਂਦੇ ਹੁੰਦੇ ਆ ਕਿ ਪੀਲੂ ਕਿਹੜੇ ਰਾਜ ਦਾ ਸਮਕਾਲੀ ਸੀਗਾ ਤੇ ਅਕਬਰ ਦਾ ਸਮਕਾਲੀ ਸੀਗਾ, ਮਤਲਬ ਉਸ ਟਾਈਮ ਦੇ ਵਿੱਚ ਹੋਇਆ ਸੀ, ਮੰਨਿਆ ਜਾਂਦਾ। ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਇਹ ਵੀ ਇੱਕ ਵਾਰੀ ਕੁਐਸਚਨ ਆਇਆ ਸੀਗਾ ਕਿ ਪੀਲੂ ਕਿਹਦੇ ਮਤਲਬ ਕਿ ਦਰਬਾਰ ਦੇ ਸਮੇਂ ਪ੍ਰਸਿੱਧ ਕਿੱਸਾਕਾਰ ਹੋਇਆ, ਤਾਂ ਇਹ ਅਕਬਰ ਦੇ ਸਮੇਂ ਹੋਇਆ। ਤਾਂ ਹੀ ਇਹ ਮੈਂ ਲਾਈਨ 2 ਵਾਰੀ ਲਿਖੀ ਹੋਈ ਹੈ ਤੁਹਾਡੇ ਸਾਹਮਣੇ। ਅਗਰ ਆਪਾਂ ਨੈਕਸਟ ਗੱਲ ਕਰੀਏ ਰਾਜੇ ਪੀਲੂ ਬਾਰੇ, ਜਿਹੜੀ ਪੀਲੂ ਦਾ ਜਿਹੜਾ ਮੇਨ ਕਿੱਸਾ ਲਿਖਿਆ ਤਾਂ ਨਹੀਂ ਬਹੁਤ ਕੁਛ ਹੈ, ਪਰ ਹੁਣ ਦੇਖੋ ਬੰਦਾ ਲਿਖਦਾ ਤਾਂ ਬਹੁਤ ਕੁਛ ਹੈ, ਲੇਕਿਨ ਉਹਦੀ ਕੋਈ ਕੋਈ ਚੀਜ਼ ਮਸ਼ਹੂਰ ਹੁੰਦੀ ਹੈ। ਹੁਣ ਮੰਨ ਲਓ ਮੈਂ ਪੜ੍ਹਾ ਤਾਂ ਮੈਂ ਪੰਜਾਬ ਜੀਕੇ ਵੀ ਰਿਹਾ, ਪੰਜਾਬੀ ਗ੍ਰਾਮਰ ਵੀ ਰਿਹਾ, ਕੰਪਿਊਟਰ ਵੀ ਰਿਹਾ, ਪਰ ਤੁਸੀਂ ਜਾਣਦੇ ਕਿਵੇਂ? ਮੈਨੂੰ ਕੰਪਿਊਟਰ ਦੇ ਤੌਰ ਤੇ ਜਾਣਦੇ ਆ, ਕੰਪਿਊਟਰ ਟੀਚਰ ਦੇ ਤੌਰ ਤੇ ਜਾਣਦੇ ਹੋ। ਸੇਮ ਰਾਜੇ ਪੀਲੂ ਜਿਹੜਾ ਕਿੱਸਾ ਮਸ਼ਹੂਰ ਹੋਇਆ ਉਹ ਹੋਇਆ ਮਿਰਜ਼ਾ ਸਾਹਿਬਾ। ਹੁਣ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਕਿ ਮਿਰਜ਼ਾ ਸਾਹਿਬਾ ਕਿਹਨੇ ਲਿਖਿਆ, ਤਾਂ ਮਿਰਜ਼ਾ ਸਾਹਿਬਾ ਜਿਹੜਾ ਮਸ਼ਹੂਰ ਹੋਇਆ ਰਾਜੇ ਪੀਲੂ ਦਾ ਹੀ ਹੋਇਆ। ਤਾਂ ਯਾਦ ਰੱਖ ਲਿਓ, ਪੀਲੂ ਦਾ ਜਿਹੜਾ ਕਿੱਸਾ ਸੀਗਾ ਮਿਰਜ਼ਾ ਸਾਹਿਬਾ ਪੰਜਾਬੀ ਕਿੱਸਾਕਾਰੀ ਵਿੱਚ ਇੱਕ ਨਿਵੇਕਲੀ ਰਚਨਾ ਹੈ। ਨਿਵੇਕਲੀ ਦਾ ਮਤਲਬ ਹੁੰਦਾ ਸਭ ਤੋਂ ਵੱਖਰੀ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਮਿਰਜ਼ਾ ਸਾਹਿਬਾ ਪੰਜਾਬ ਦੇ ਲੋਕ ਮਨਾਂ ਵਿੱਚ ਪਈ ਮਿਰਜ਼ਾ ਤੇ ਸਾਹਿਬਾ ਦੇ ਇਸ਼ਕ ਦੀ ਕਹਾਣੀ ਹੈ। ਤੁਹਾਨੂੰ ਪਤਾ ਹੀ ਹੈ ਮਿਰਜ਼ਾ ਸਾਹਿਬਾ ਬਾਰੇ, ਦੇਖੋ ਬਹੁਤ ਸਾਰੇ ਸੌਂਗ ਵੀ ਹੈਗੇ ਆ, ਕਹਾਣੀਆਂ ਵੀ ਹੈਗੀਆਂ। ਕਹਿੰਦਾ ਜੀ ਜਿਸ ਨੂੰ ਪੰਜਾਬੀ ਸਿਮਰਤੀ ਬਾਰ-ਬਾਰ ਦੁਹਰਾਉਂਦੀ ਹੈ ਤੇ ਬਾਰ-ਬਾਰ ਆਪਾਂ ਦੇਖੋ ਇਹਨੂੰ ਪੜ੍ਹਦੇ ਆ ਹਨਾ, ਆਪਣੀਆਂ ਜਿਹੜੀਆਂ ਜਨਰੇਸ਼ਨ ਹੈਗੀਆਂ ਨੇ, ਹਰ ਇੱਕ ਜਨਰੇਸ਼ਨ ਨੂੰ ਪਤਾ ਹੋਊਗਾ ਮਿਰਜ਼ਾ ਸਾਹਿਬਾ ਦੇ ਕਿੱਸੇ ਬਾਰੇ। ਤਾਂ ਕਹਿੰਦਾ ਜੀ ਪੀਲੂ ਨੇ ਇਸ ਕਹਾਣੀ ਦੇ ਆਧਾਰ ਦੇ ਉੱਤੇ ਕੀ ਕੀਤਾ ਜੀ, ਇੱਕ ਕਵਿਤਾ ਦੀ ਰਚਨਾ ਕੀਤੀ ਜਿਹਨੂੰ ਆਪਾਂ ਕਹਿੰਦੇ ਨੇ ਕਿੱਸਾ। ਤਾਂ ਇਸੇ ਕਹਾਣੀ ਦੇ ਉੱਪਰ ਉਹਨੇ ਕੀ ਲਿਖੀ ਹੋਈ ਹੈ? ਕਵਿਤਾ ਲਿਖੀ ਹੋਈ ਹੈ, ਕਿੱਸਾ ਲਿਖਿਆ ਹੋਇਆ ਹੈ। ਕਹਿੰਦਾ ਜੀ ਮਿਰਜ਼ਾ ਸਾਹਿਬਾ ਦਾ ਕਿੱਸਾ ਸਭ ਤੋਂ ਪਹਿਲਾਂ ਪੀਲੂ ਨੇ ਲਿਖਿਆ। ਇਹ ਯਾਦ ਰੱਖ ਲਿਓ ਰਾਜੇ, ਸਭ ਤੋਂ ਇੰਪੋਰਟੈਂਟ ਹੈ, ਸਭ ਤੋਂ ਪਹਿਲਾਂ ਇਹਨੇ ਲਿਖਿਆ, ਠੀਕ ਹੈ। ਵੈਸੇ ਬਾਅਦ ਚ ਹੋਰ ਬੰਦਿਆਂ ਨੇ ਵੀ ਲਿਖਿਆ, ਕਿਹਨੇ ਲਿਖਿਆ ਉਹ ਮੈਂ ਅੱਗੇ ਪੜਾਉਂਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਲਿਖਿਆ ਰਾਜੇ ਉਹ ਪੀਲੂ ਨੇ ਲਿਖਿਆ। ਤੇ ਕਹਿੰਦਾ ਜੀ ਸਵਾਈ ਮਿਰਜ਼ਾ ਸਾਹਿਬਾ ਦੇ ਕਿੱਸੇ ਦੇ ਪੀਲੂ ਦੀ ਕੋਈ ਹੋਰ ਰਚਨਾ ਸਾਨੂੰ ਨਹੀਂ ਮਿਲਦੀ। ਤਾਂ ਜੇ ਆਪਾਂ ਗੱਲ ਕਰੀਏ, ਇਹ ਬਹੁਤ ਪੁਰਾਣਾ ਮਤਲਬ ਕਿ ਕਿੱਸਾਕਾਰ ਹੈ। ਤਾਂ ਇਹਦੀ ਇਸ ਤੋਂ ਇਲਾਵਾ ਹਜੇ ਤੱਕ ਕੋਈ ਮਤਲਬ ਕਿ ਕੋਈ ਤੱਥ ਨਹੀਂ ਮਿਲਿਆ, ਕੋਈ ਪ੍ਰਮਾਣ ਨਹੀਂ ਮਿਲਿਆ ਕਿ ਹੋਰ ਇਹਨੇ ਕਿਹੜੀਆਂ ਰਚਨਾਵਾਂ ਕੀਤੀਆਂ। ਤਾਂ ਫਿਲਹਾਲ ਦੀ ਘੜੀ ਤੁਹਾਡੇ ਵਾਸਤੇ ਸੌਖਾ ਹੋ ਗਿਆ, ਤੁਸੀਂ ਸਿਰਫ ਕੀ ਯਾਦ ਰੱਖਣਾ? ਸਿਰਫ ਮਿਰਜ਼ਾ ਸਾਹਿਬਾ ਹੀ ਯਾਦ ਰੱਖਣਾ ਪੀਲੂ ਦਾ। ਤਾਂ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਤਾਂ ਜਿਹੜਾ ਇਹ ਕਿੱਸਾ ਹੈਗਾ ਰਾਜੇ, ਜਿਹੜਾ ਪੀਲੂ ਨੇ ਲਿਖਿਆ ਹੋਇਆ, ਇਹਨੂੰ ਲਿਖਤੀ ਰੂਪ ਦੇ ਵਿੱਚ ਨਹੀਂ, ਸਗੋਂ ਲੋਕਾਂ ਦੇ ਮੂੰਹੋਂ ਸੁਣ ਕੇ ਸਭ ਤੋਂ ਪਹਿਲਾਂ ਇੱਕ ਬੰਦੇ ਨੇ ਆਪਣੀ ਪੁਸਤਕ, ਜਿਹੜਾ ਹੈਗਾ ਬੰਦਾ ਕੌਣ ਹੈ? ਸਵਿਟਰਨ ਹੈਗਾ, ਉਹਨੇ ਆਪਣੀ ਕਵਿਤਾ ਮਤਲਬ ਕਿ ਪੁਸਤਕ ਛਾਪੀ ਸੀਗੀ, ਰੋਮਾਂਟਿਕ ਟੇਲਸ ਆਫ ਦਾ ਪੰਜਾਬ। ਉਹਨੇ ਇਹਨੂੰ ਪ੍ਰਕਾਸ਼ਿਤ ਕੀਤਾ। ਕਹਿਣ ਦਾ ਮਤਲਬ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦਾ ਸੀਗਾ, ਲੋਕਾਂ ਦੇ ਜ਼ਬਾਨੋਂ ਸੁਣਿਆ, ਠੀਕ ਹੈ। ਤੇ ਇਹਨੂੰ ਲਿਖਤੀ ਰੂਪ ਦੇ ਵਿੱਚ ਕੌਣ ਬੰਦਾ ਲੈ ਕੇ ਗਿਆ? ਸਵਿਟਰਨ ਲੈ ਕੇ ਗਿਆ, ਤੇ ਉਹਨੇ ਇੱਕ ਕਵਿਤਾ ਮਤਲਬ ਕਿ ਪੁਸਤਕ ਛਾਪੀ ਸੀਗੀ ਰੋਮਾਂਟਿਕ ਟੇਲਸ ਆਫ ਦੀ ਪੰਜਾਬ। ਉਹਦੇ ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਕੀਤਾ ਮਿਰਜ਼ਾ ਸਾਹਿਬਾ, ਜਿਹੜਾ ਪੀਲੂ ਨੇ ਲਿਖਿਆ। ਤਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਪੀਲੂ ਜਿਹੜਾ ਹੈਗਾ ਜੀ ਮੱਧਕਾਲ ਦਾ ਕਿੱਸਾਕਾਰ ਹੈਗਾ। ਇਹ ਕਹਿੰਦਾ ਜੀ 1500 ਤੋਂ ਲੈ ਕੇ 1700 ਦੇ ਚਰਚਿਤ ਕਿੱਸਾਕਾਰਾਂ ਦੇ ਵਿੱਚੋਂ ਮਹੱਤਵਪੂਰਨ ਕਿੱਸਾਕਾਰ ਹੈ। ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ, ਵੈਸੇ ਕਦੇ ਇੰਨਾ ਪੁੱਛਿਆ ਨਹੀਂ ਗਿਆ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਪੀਲੂ ਦੀ ਜਿਹੜੀ ਰਚਨਾ ਹੈਗੀ ਹੈ ਮਿਰਜ਼ਾ ਸਾਹਿਬਾ, ਸਾਹਿਤਕ ਦੇ ਪੱਖੋਂ ਕਾਫੀ ਉੱਚਾ ਸਥਾਨ ਰੱਖਦੀ ਹੈ, ਤੁਹਾਨੂੰ ਪਤਾ ਹੀ ਹੈ ਰਾਜੇ, ਠੀਕ ਹੈ। ਇਹ ਤੁਸੀਂ ਪੜ੍ਹਦੇ ਰਹਿੰਦੇ ਹੋ। ਤੇ ਅਗਰ ਆਪਾਂ ਗੱਲ ਕਰੀਏ, ਜਿਹੜਾ ਪੀਲੂ ਜਦੋਂ ਹੋਇਆ ਰਾਜੇ, ਉਸ ਸਮੇਂ ਕੀ ਸੀਗਾ? ਜ਼ਗੀਰਦਾਰੀ ਸਿਸਟਮ ਸੀਗਾ। ਹੁਣ ਜ਼ਗੀਰਦਾਰੀ ਸਿਸਟਮ ਤੁਸੀਂ ਪੜ੍ਹਦੇ ਹੋ ਇਤਿਹਾਸ ਦੇ ਵਿੱਚ, ਜਦੋਂ ਕੀ ਹੁੰਦਾ ਸੀ, ਪਿੰਡ ਦੇ ਵਿੱਚ ਇੱਕ ਬੰਦਾ ਹੁੰਦਾ ਸੀ, ਧਨਾੜ ਬੰਦਾ, ਸਾਰੀ ਜ਼ਮੀਨ ਉਹਦੇ ਕੋਲ ਹੁੰਦੀ ਸੀ, ਬਾਕੀ ਸਾਰੇ ਉਹਦੇ ਅੰਡਰ ਕੰਮ ਕਰਦੇ ਸੀਗੇ। ਤਾਂ ਹੁਣ ਜਦੋਂ ਮਿਰਜ਼ਾ ਸਾਹਿਬਾ ਦਾ ਟਾਈਮ ਵੀ ਕੀ ਸੀਗਾ? ਜ਼ਗੀਰਦਾਰੀ ਸਿਸਟਮ ਸੀਗਾ। ਹੁਣ ਜਦੋਂ ਮਿਰਜ਼ੇ ਨੇ ਪਿਆਰ ਕਰ ਲਿਆ ਉਸ ਕੁੜੀ ਨਾਲ, ਆਪਣੇ ਮਾਮੇ ਦੀ ਕੁੜੀ ਨਾਲ, ਠੀਕ ਹੈ, ਉਹ ਮੁਸਲਿਮ ਜੱਟ ਸੀਗਾ, ਉਹ ਆਪਣੇ ਮਾਮੇ ਦੀ ਕੁੜੀ ਨਾਲ ਪਿਆਰ ਕਰਦਾ ਸੀਗਾ, ਪਰ ਉਹਨਾਂ ਨੇ ਆਪਣੀ ਅਣਖ ਦੀ ਖਾਤਰ ਕੀ ਕਰਤਾ? ਮਿਰਜ਼ੇ ਨੂੰ ਵੜਤਾ, ਠੀਕ ਹੈ। ਉਸ ਟਾਈਮ ਉਹ ਬਹੁਤ ਤਕੜੇ ਜ਼ਗੀਰਦਾਰ ਸੀਗੇ। ਤਾਂ ਕਹਿਣ ਦਾ ਮਤਲਬ ਜ਼ਗੀਰਦਾਰ ਜਿਹੜੇ ਸੀਗੇ ਉਹ ਲੋਕਾਂ ਤੇ ਜ਼ੁਲਮ ਵਗੈਰਾ ਕਰਦੇ ਹੀ ਰਹਿੰਦੇ ਸੀਗੇ। ਤਾਂ ਇਹ ਕਹਿ ਸਕਦੇ ਆਪਾਂ ਕਿ ਇਹ ਕਦੋਂ ਹੋਇਆ? ਤਾਂ ਜ਼ਗੀਰਦਾਰੀ ਪ੍ਰਣਾਲੀ ਦੇ ਸਮੇਂ ਹੋਇਆ। ਕੌਣ ਹੈ? ਪੀਲੂ। ਹੁਣ ਕਹਿੰਦਾ ਜੀ ਮੱਧਕਾਲ ਦੀਆਂ ਪੰਜਾਬੀ ਸਾਹਿਤ ਦੀਆਂ ਪਰੰਪਰਾਵਾਂ ਦੇ ਵਿੱਚੋਂ ਜ਼ਗੀਰਦਾਰੀ ਨਿਜ਼ਾਮ ਦੇ ਵਿਰੋਧ ਦੇ ਵਿੱਚ ਸਾਹਮਣੇ ਆਈਆਂ। ਤਾਂ ਕਹਿਣ ਦਾ ਮਤਲਬ ਜਿਹੜੀ ਪੀਲੂ ਦੀ ਕਵਿਤਾ ਹੈਗੀ ਉਹ ਮਿਰਜ਼ੇ ਦੇ ਪੱਖ ਦੇ ਵਿੱਚ ਲਿਖੀ ਗਈ ਹੈ। ਤਾਂ ਕਹਿ ਸਕਦੇ ਆ ਕਿ ਜ਼ਗੀਰਦਾਰੀ ਜਿਹੜਾ ਸਿਸਟਮ ਹੈਗਾ ਉਹਦੇ ਬਰਖਲਾਫ ਲਿਖੀ ਗਈ ਕਵਿਤਾ ਹੈ, ਕਿਹੜੀ? ਮਿਰਜ਼ਾ ਸਾਹਿਬਾ। ਨੈਕਸਟ ਅਗਰ ਆਪਾਂ ਗੱਲ ਕਰੀਏ ਬੇਟੇ, ਇਸ ਤਰ੍ਹਾਂ ਕਹਿੰਦਾ ਜੀ ਪੀਲੂ ਦੀ ਰਚਨਾ ਉਸਦੇ ਸਮੇਂ ਪ੍ਰਸੰਗ ਤੋਂ ਪ੍ਰਭਾਵਿਤ ਸੀਗੀ। ਤੇ ਕਹਿੰਦਾ ਜੀ ਕਿੱਸਾ ਮਿਰਜ਼ਾ ਸਾਹਿਬਾ ਹੀ ਵਿਆਪਕ ਅਰਥਾਂ ਦੇ ਵਿੱਚ ਕਿਸੇ ਥੀਮ ਦੇ ਦੁਆਲੇ ਘੁੰਮਦਾ ਹੈ, ਅਰਥਾਤ ਇਸ ਵਿੱਚ ਮਿਰਜ਼ਾ ਤੇ ਸਾਹਿਬਾ ਦੀ ਇਸ਼ਕ ਦੀ ਦਾਸਤਾਨ ਹੈ, ਜਿਸ ਦਾ ਅੰਤ ਕੀ ਹੁੰਦਾ ਜੀ? ਮਿਰਜ਼ੇ ਦੀ ਮੌਤ ਨਾਲ। ਤੁਹਾਨੂੰ ਪਤਾ ਹੀ ਹੈ ਰਾਜੇ, ਮਿਰਜ਼ੇ ਨੂੰ ਥੋੜਾ ਜਿਹਾ ਆਪਣੇ ਆਪ ਤੇ ਹੰਕਾਰ ਵੀ ਸੀਗਾ, ਆਪਣੇ ਤੀਰਾਂ ਦੇ ਉੱਪਰ, ਕਹਿ ਸਕਦੇ ਆਪਣੇ ਘੋੜੀ ਦੇ ਉੱਪਰ। ਉਹ ਦੇਖੋ ਜਦੋਂ ਉਹਨੂੰ ਲੈ ਕੇ ਜਾ ਰਿਹਾ ਹੁੰਦਾ ਸਾਹਿਬਾ ਨੂੰ ਆਪਣੇ ਪਿੰਡ ਵੱਲ, ਤੇ ਉਹ ਰਸਤੇ ਦੇ ਵਿੱਚ ਕੀ ਕਰਦਾ ਹੈ? ਸੌਂ ਜਾਂਦਾ ਹੈ।
ਤੇ ਇਸ ਕਰਕੇ ਦੇਖੋ ਉਹ ਫਿਰ ਸਾਹਿਬਾ ਉਹਦੇ ਨਾਲ ਕੀ ਕਰਦੀ, ਧੋਖਾ ਕਰਦੀ, ਉਹਦੇ ਤੀਰ ਤੋੜ ਦਿੰਦੀ ਆ। ਕਹਿਣ ਦਾ ਮਤਲਬ ਇਹ ਲੰਬੀ ਕਹਾਣੀ ਹੈ, ਤੁਸੀਂ ਸੁਣੀ ਹੋਊਗੀ, ਇਹ ਸੁਣਾਉਣ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਇੱਥੇ। ਤਾਂ ਇਹ ਗੱਲਬਾਤ ਹੈਗੀ ਹੈ। ਕਹਿੰਦਾ ਜੀ ਧਿਆਨ ਨਾਲ ਵੇਖਿਆ ਪਤਾ ਲੱਗਦਾ ਹੈ ਕਿ ਮਿਰਜ਼ਾ ਆਸ਼ਕ ਹੈ ਜੋ ਸਾਹਿਬਾ ਨੂੰ ਕੱਢ ਕੇ ਲੈ ਜਾਂਦਾ ਹੈ ਤੇ ਉਸ ਨੂੰ ਆਪਣੀ ਘੋੜੀ ਤੇ ਆਪਣੀ ਸੂਰਬੀਰਤਾ ਤੇ ਬੜਾ ਹੁੰਦਾ ਕਿ ਹੰਕਾਰ ਹੁੰਦਾ ਹੈ, ਠੀਕ ਹੈ, ਆਪਣੇ ਨਿਸ਼ਾਨੇ ਦੇ ਉੱਪਰ ਜੋ ਤੀਰ ਮਾਰਦਾ ਕਿ ਮੇਰਾ ਤੀਰ ਹਮੇਸ਼ਾ ਨਿਸ਼ਾਨੇ ਤੇ ਲੱਗਦਾ ਹੈ। ਤੇ ਦੂਜੇ ਅਰਥਾਂ ਦੇ ਵਿੱਚ ਕਹਿੰਦਾ ਜੀ ਜਿਹੜੀ ਜ਼ਗੀਰਦਾਰੀ ਚੜ੍ਹਤ ਮਿਰਜ਼ੇ ਦੀ ਹਰ ਅਦਾ ਵਿੱਚ ਕੰਮ ਕਰਦੀ ਹੈ ਤੇ ਇਸ ਤਰ੍ਹਾਂ ਉਸਦੀ ਇਸ਼ਕ ਤੇ ਸੂਰਬੀਰਤਾ ਦੀ ਨਾਇਕ ਹੈ। ਤਾਂ ਚਲੋ ਇਹ ਸਾਰੀ ਗੱਲਬਾਤ ਸੀਗੀ। ਕਹਿੰਦਾ ਜੀ ਪਰ ਸੂਰਬੀਰਤਾ ਜੋ ਇਸ਼ਕ ਦੇ ਰਾਹ ਚੱਲਦੀ ਹੈ ਤੇ ਜ਼ਗੀਰਦਾਰਾਂ ਲਈ ਵੰਗਾਰ ਹੈ। ਤਾਂ ਕਹਿਣ ਦਾ ਮਤਲਬ ਮਿਰਜ਼ੇ ਨੇ ਉਸ ਟਾਈਮ ਤੇ ਬਹੁਤ ਵੱਖਰਾ ਕੰਮ ਕੀਤਾ, ਇਸ ਤਰ੍ਹਾਂ ਦਾ ਕੰਮ ਕਿਸੇ ਨੇ ਨਹੀਂ ਕੀਤਾ ਸੀਗਾ। ਤੇ ਕਹਿਣ ਦਾ ਮਤਲਬ ਕਿ ਉਹਨੇ ਜ਼ਗੀਰਦਾਰਾਂ ਨੂੰ ਕੀ ਸੀਗਾ, ਵੰਗਾਰਿਆ ਸੀਗਾ, ਉਹਨਾਂ ਦੀ ਇੱਜ਼ਤ ਨੂੰ ਵੰਗਾਰਿਆ ਸੀਗਾ। ਤਾਂ ਇਸੇ ਕਰਕੇ ਕੀ ਕੀਤਾ ਜੀ, ਉਹਨਾਂ ਨੇ ਆਪਣੀਆਂ ਸਾਰੀਆਂ ਜ਼ਗੀਰਦਾਰੀਆਂ ਸ਼ਕਤੀਆਂ ਨਾਲ ਮਿਰਜ਼ੇ ਨੂੰ ਮਾਰ ਘੱਤਿਆ। ਮਾਰ ਘੱਤਿਆ ਦਾ ਮਤਲਬ ਹੁੰਦਾ ਮਾਰ ਸੁੱਟਿਆ, ਠੀਕ ਹੈ ਜੀ, ਅਣਖ ਦੀ ਖਾਤਰ। ਤੇ ਕਿੱਸਾ ਮਿਰਜ਼ਾ ਸਾਹਿਬਾ ਦੀ ਸ਼ੁਰੂਆਤ ਕਹਿੰਦਾ ਕਦੋਂ ਸ਼ੁਰੂ ਹੁੰਦੀ ਹੈ, ਜਦੋਂ ਵੀ ਸਾਹਿਬਾ ਜਨਮ ਲੈਂਦੀ ਹੈ। ਕਿਉਂਕਿ ਜਿੰਨੇ ਵੀ ਕਿੱਸਾਕਾਰ ਲਿਖਦੇ ਨੇ ਉਹ ਜਦੋਂ ਸਾਹਿਬਾ ਦਾ ਜਨਮ ਹੋਇਆ ਉਸ ਦੇ ਦੌਰਾਨ ਹੀ ਲਿਖਣਾ ਸ਼ੁਰੂ ਕਰ ਦਿੰਦੇ ਆ। ਕਹਿਣ ਦਾ ਮਤਲਬ ਉਹਦੇ ਜਨਮ ਨਾਲ ਲੈਣ ਦੇ ਨਾਲ ਹੀ ਇਹ ਕਿੱਸਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸ ਕਿੱਸੇ ਦੀਆਂ ਕੁਝ ਸਤਰਾਂ ਹੈਗੀਆਂ। ਰਾਜੇ ਕਹਿੰਦਾ ਜੀ ਘਰ ਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ। ਖੀਵਾ ਹੈਗਾ ਸਾਹਿਬਾ ਦਾ ਪਿਓ ਤੇ ਉਹਦੇ ਘਰ ਮੰਗਲਵਾਰ ਨੂੰ ਜੰਮਦੀ ਹੈ ਰਾਜੇ। ਡੂਮ ਸਹੋਲੇ ਗਾਮ ਦੇ ਖਾਨ ਖੀਵੇ ਦੇ ਬਾਰ, ਮਤਲਬ ਜਦੋਂ ਉਹ ਜੰਮਦੀ ਹੈ ਤਾਂ ਲੋਕ ਉਹਨਾਂ ਨੂੰ ਕੀ ਦੇਣ ਆਉਂਦੇ, ਵਧਾਈਆਂ ਦੇਣ ਆਉਂਦੇ, ਮਰਾਸੀ ਵਗੈਰਾ। ਤਾਂ ਇਹ ਕਵਿਤਾ ਦਾ ਕੀ ਹੈ, ਸ਼ੁਰੂ ਹੈ। ਤਾਂ ਉਹਦੀ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਕਵਿਤਾ ਪੀਲੂ ਦੀ, ਠੀਕ ਹੈ ਜੀ, ਸਾਹਿਬਾ ਦੇ ਜਨਮ ਤੋਂ। ਤਾਂ ਇਹ ਸੀਗਾ ਰਾਜੇ ਪੀਲੂ ਦਾ ਕਿੱਸਾ। ਪੀਲੂ ਨੇ ਕਿਹੜਾ ਕਿੱਸਾ ਲਿਖਿਆ, ਮਿਰਜ਼ਾ ਸਾਹਿਬਾ। ਤਾਂ ਕਹਿੰਦਾ ਜੀ ਪੀਲੂ ਨੇ ਮਿਰਜ਼ੇ ਦੀ ਜੱਟ ਸਭਿਅਤਾ ਦਾ ਚਿੱਤਰ ਪੇਸ਼ ਕੀਤਾ। ਬਾਜ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜ਼ੇ ਸੰਗ। ਤਾਂ ਕਹਿਣ ਦਾ ਮਤਲਬ ਕਿ ਉਹਨੂੰ ਆਪਣੇ ਆਪ ਤੇ ਹੰਕਾਰ ਸੀਗਾ। ਉਹਦੇ ਭਰਾਵਾਂ ਨੇ ਕਿਹਾ ਵੀ ਸੀਗਾ ਵੀ ਤੂੰ ਕੱਲਾ ਨਾ ਜਾ, ਅਸੀਂ ਤੇਰੇ ਨਾਲ ਚੱਲਦੇ ਆਂ, ਪਰ ਉਹ ਉਹਨੂੰ ਥੋੜਾ ਜਿਹਾ ਸੀਗਾ ਆਪਣੀ ਸੂਰਬੀਰਤਾ ਤੇ ਹੰਕਾਰ ਕਹਿ ਸਕਦੇ ਹਾਂ ਆਪਾਂ। ਤਾਂ ਇਹ ਸਾਰੀ ਗੱਲਬਾਤ ਹੈ, ਇਹਦੇ ਕਿੱਸੇ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਉਹਦੇ ਕਿੱਸੇ ਵਿੱਚ ਉਹਨੇ ਪੇਸ਼ ਕੀ ਕੀਤਾ। ਤਾਂ ਕਹਿੰਦਾ ਜੀ ਪੀਲੂ ਨੇ ਮਿਰਜ਼ਾ ਸਾਹਿਬਾ ਕਿੱਸਾ ਵਿੱਚ ਮਿਰਜ਼ੇ ਦੀ ਸੂਰਮਤਾ ਨੂੰ ਵੀ ਪੇਸ਼ ਕੀਤਾ, ਠੀਕ ਹੈ, ਉਹਨੇ ਸਾਰਾ ਕੁਝ ਪੇਸ਼ ਕੀਤਾ ਹੈ। ਜ਼ਗੀਰਦਾਰੀ ਸਿਸਟਮ ਨੂੰ ਵੀ ਪੇਸ਼ ਕੀਤਾ ਹੈ, ਮਿਰਜ਼ਾ ਸਾਹਿਬਾ ਦੇ ਰੂਪ ਨੂੰ ਵੀ ਪੇਸ਼ ਕੀਤਾ ਹੈ, ਕਿੰਨੀ ਕੁ ਸੋਹਣੀ ਸੀਗੀ। ਤੇ ਮਿਰਜ਼ੇ ਦੇ ਮਤਲਬ ਕਿ ਮਿਰਜ਼ੇ ਦੇ ਪੱਖ ਦੇ ਵਿੱਚ ਵੀ ਉਹਦੀ ਸੂਰਬੀਰਤਾ ਦੇ ਬਾਰੇ ਵੀ ਕੁਝ ਉਹਨੇ ਪੇਸ਼ ਕੀਤਾ। ਤਾਂ ਕਰਕੇ ਜ਼ਿਆਦਾ ਮਸ਼ਹੂਰ ਹੋਇਆ ਪੀਲੂ ਦਾ ਕਿੱਸਾ। ਤੇ ਕਹਿੰਦਾ ਜੀ ਉਹ ਇੱਕ ਸੱਚਾ ਦੁਖਾਂਤਕ ਨਾਇਕ ਸੀਗਾ, ਠੀਕ ਹੈ। ਦੁਖਾਂਤਕ ਤਾਂ ਬੋਲਿਆ ਗਿਆ ਕਿਉਂਕਿ ਉਹਦਾ ਅੰਤ ਜਿਹੜਾ ਹੈ ਬਹੁਤ ਮਾੜਾ ਹੋਇਆ ਮਿਰਜ਼ੇ ਦਾ। ਤਾਂ ਇਹ ਸੀਗਾ ਜੀ ਆਪਣਾ ਪੀਲੂ। ਪੀਲੂ ਨੇ ਕੀ ਲਿਖਿਆ ਰਾਜੇ, ਮਿਰਜ਼ਾ ਸਾਹਿਬਾ ਲਿਖਿਆ। ਤੁਹਾਨੂੰ ਮੈਂ ਦੱਸਦਾ ਮਿਰਜ਼ਾ ਸਾਹਿਬਾ ਕਿੱਸਾ ਹੈ ਕੀ ਹੈ। ਤੇ ਜ਼ਗੀਰਦਾਰੀ ਸਿਸਟਮ ਦੇ ਵਰਖਲਾਫ ਲਿਖਿਆ ਗਿਆ ਪਹਿਲਾ ਕਵਿਤਾ ਹੈ, ਪਹਿਲੀ ਕਵਿਤਾ ਹੈ, ਪਹਿਲਾ ਕਿੱਸਾ ਹੈ। ਹੁਣ ਨੈਕਸਟ ਗੱਲ ਕਰਦੇ ਹਾਂ ਆਪਾਂ, ਅਗਲਾ ਕਿੱਸਾਕਾਰ ਹੈਗਾ ਜੀ ਆਪਣਾ ਵਾਰਿਸ ਸ਼ਾਹ। ਹੁਣ ਵਾਰਿਸ ਸ਼ਾਹ ਦਾ ਜਿਹੜਾ ਇਤਿਹਾਸਿਕ ਪ੍ਰਮਾਣ ਮਿਲਦਾ ਉਹ 1735 ਤੋਂ 1795 ਮਿਲਦਾ ਹੈ। ਹੁਣ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਉੱਥੇ ਵੱਖਰੀਆਂ ਡੇਟਸ ਮਿਲਣਗੀਆਂ ਰਾਜੇ। ਇਹ ਬਿਲਕੁਲ ਅਥੈਂਟਿਕੇਟ ਡੇਟਸ ਨੇ ਕਿਉਂਕਿ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੇ ਕਿਤਾਬਾਂ ਹੁੰਦੀਆਂ ਰਾਜੇ, ਉਹ ਡਾਕਟਰੇਟ ਲੈਵਲ ਦੇ ਬੰਦੇ ਲਿਖਦੇ ਆ, ਉਹ ਕਦੇ ਵੀ ਗਲਤ ਨਹੀਂ ਲਿਖਦੇ। ਉੱਥੋਂ ਆਪਾਂ ਇਹ ਸੋਰਸ ਲਿਆ ਗਿਆ। ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਵੈਸੇ ਕਦੇ ਵੀ ਐਗਜ਼ਾਮੀਨਰ ਨਹੀਂ ਪੁੱਛੂਗਾ ਵੀ ਕਦੋਂ ਉਹ ਜੰਮਿਆ ਕਦੋਂ ਉਹ ਮਰਿਆ, ਪਰ ਫਿਰ ਵੀ ਤੁਸੀਂ ਐਜ਼ ਏ ਪ੍ਰੂਫ ਵਾਸਤੇ ਤੁਸੀਂ ਇਹ ਯਾਦ ਕਰ ਸਕਦੇ ਹੋ, ਨੌਲੇਜ ਵਾਸਤੇ ਯਾਦ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਵਾਰਿਸ ਸ਼ਾਹ। ਵਾਰਿਸ ਸ਼ਾਹ ਦਾ ਜਦੋਂ ਮੈਂ ਨਾਮ ਲੈਣਾ ਵਾਰਿਸ ਸ਼ਾਹ, ਤੁਹਾਡੇ ਦਿਮਾਗ ਦੇ ਵਿੱਚ ਇੱਕ ਹੀ ਚੀਜ਼ ਵੱਜਦੀ ਆ, ਹੀਰ, ਹਨਾ, ਕਿਉਂਕਿ ਵਾਰਿਸ ਸ਼ਾਹ ਦੀ ਹੀਰ ਜਿਹੜੀ ਹੋਈ ਹੈ ਬਹੁਤ ਮਸ਼ਹੂਰ ਹੋਈ ਹੈ। ਤਾਂ ਤੁਸੀਂ ਇੱਥੇ ਯਾਦ ਕਰ ਸਕਦੇ ਹੋ। ਕਹਿੰਦਾ ਜੀ ਇਹਦਾ ਵਾਰਿਸ ਸ਼ਾਹ ਦਾ ਪੂਰਾ ਨਾਮ ਸੀਗਾ ਸੈਯਦ ਵਾਰਿਸ ਸ਼ਾਹ। ਕਹਿੰਦਾ ਜੀ ਮਸ਼ਹੂਰ ਪੰਜਾਬੀ ਕਵੀ ਹੈ ਜੋ ਕਹਿੰਦਾ ਮੁੱਖ ਤੌਰ ਤੇ ਆਪਣੇ ਹੀਰ ਰਾਂਝਾ ਨਾਮਕ ਕਿੱਸੇ ਲਈ ਮਸ਼ਹੂਰ ਹੈ। ਰਾਜੇ ਨੇ ਦੋ ਕਿੱਸੇ ਲਿਖੇ, ਇੱਕ ਤਾਂ ਹੀਰ ਰਾਂਝਾ, ਇੱਕ ਕੱਲਾ ਕਿੱਸਾ ਹੀਰ। ਤਾਂ ਇਹ ਦੋਨਾਂ ਵਾਸਤੇ ਮਸ਼ਹੂਰ ਹੋਇਆ। ਪਰ ਆਪਾਂ ਯਾਦ ਰੱਖਣਾ ਵੀ ਆਪਾਂ ਨੂੰ ਕੀ ਪੁੱਛਦਾ ਐਗਜ਼ਾਮ ਦੇ ਵਿੱਚ। ਜੇ ਹੀਰ ਰਾਂਝਾ ਪੁੱਛੂਗਾ ਤਾਂ ਵੀ ਵਾਰਿਸ ਸ਼ਾਹ ਆਊਗਾ, ਜੇ ਕਿੱਸਾ ਹੀਰ ਕੱਲਾ ਪੁੱਛੂਗਾ ਤਾਂ ਵੀ ਵਾਰਿਸ ਸ਼ਾਹ ਆਊਗਾ। ਬਾਕੀ ਇਹ ਵੀਡੀਓ ਦੇ ਐਂਡ ਦੇ ਵਿੱਚ ਮੈਂ ਨਿਚੋੜ ਕੱਢ ਕੇ ਇੱਕ ਸਲਾਈਡ ਪਾਈ ਹੋਈ ਹੈ, ਤੁਸੀਂ ਉਹਨੂੰ ਜ਼ਰੂਰ ਦੇਖ ਲਿਓ। ਨੈਕਸਟ ਗੱਲ ਕਰਦੇ ਆ ਜੀ, ਕਿਹਾ ਜਾਂਦਾ ਕਹਿੰਦਾ ਉਸਨੇ ਹੀਰ ਦੀ ਚਿਰਾਂ ਦੀ ਚੱਲੀ ਆ ਰਹੀ ਲੋਕ ਕਹਾਣੀ ਨੂੰ ਵਾਰਿਸ ਦੀ ਹੀਰ ਬਣਾ ਕੇ ਅਮਰ ਕੀਤਾ। ਕਹਿਣ ਦਾ ਮਤਲਬ ਹੀਰ ਤਾਂ ਪਹਿਲਾਂ ਬਹੁਤ ਬੰਦਿਆਂ ਨੇ ਲਿਖੀ ਹੈ, ਪਰ ਮਸ਼ਹੂਰ ਕਿਹਦੀ ਹੋਈ ਹੈ ਰਾਜੇ, ਵਾਰਿਸ ਸ਼ਾਹ ਦੀ ਹੀਰ। ਕਹਿਣ ਦਾ ਮਤਲਬ ਜਿਹੜੀ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ ਰਾਜੇ ਉਹ ਅਮਰ ਹੋ ਗਈ ਆ, ਉਹ ਇੰਨੀ ਵਧੀਆ ਲਿਖੀ ਹੈ। ਜੇ ਕੋਈ ਹੀਰ ਦੀ ਗੱਲ ਕਰੂਗਾ ਤਾਂ ਵਾਰਿਸ ਸ਼ਾਹ ਦਾ ਨਾਮ ਜ਼ਰੂਰ ਆਊਗਾ। ਅੱਗੇ ਕਹਿੰਦਾ ਜੀ ਵਾਰਿਸ ਸ਼ਾਹ ਦੀ ਪੱਕੀ ਜਨਮ ਤਰੀਕ ਨਹੀਂ ਜਾਣੀ ਜਾਂਦੀ, ਪਰ ਮਾਹਰਾਂ ਨੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਕਿ ਉਹਦਾ ਜਨਮ ਜਿਹੜਾ ਹੋਇਆ 1722 ਤੋਂ 1798 ਦਰਮਿਆਨ ਹੋਇਆ। ਕੋਈ ਕਹਿੰਦਾ 1735-95 ਹੋਇਆ, ਪਰ ਤੁਹਾਨੂੰ ਮੈਂ ਕਹਿਤਾ ਕਿ ਜਿਹੜਾ ਅਥੈਂਟਿਕੇਟ ਹੈਗਾ ਉਹ 1735 ਤੋਂ 95 ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਕੁਝ ਖੋਜੀ ਕਹਿੰਦੇ ਉਹਦਾ ਜਨਮ ਜਿਹੜਾ ਹੋਇਆ 1735 ਹੋਇਆ। ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ ਵੱਖ-ਵੱਖ ਇਤਿਹਾਸਕਾਰ ਵੱਖ-ਵੱਖ ਡੇਟਸ ਦੇ ਬਾਰੇ ਅਨੁਮਾਨ ਲਗਾਉਂਦੇ ਆ। ਹੁਣ ਉਹਦਾ ਜਿਹੜਾ ਜਨਮ ਹੋਇਆ ਰਾਜੇ ਕਿੱਥੇ ਹੋਇਆ, ਠੀਕ ਹੈ ਜੀ। ਉਹਦੇ ਜਿਹੜੇ ਪਿਤਾ ਸੀਗੇ ਸੈਯਦ ਗੁਲਸ਼ੇਰ ਸ਼ਾਹ, ਉਹਨਾਂ ਦੇ ਘਰ ਹੋਇਆ ਲਾਹੌਰ ਦੇ ਵਿਖੇ। ਲਾਹੌਰ ਤੋਂ 50 ਕਿਲੋਮੀਟਰ ਦੂਰ ਇੱਕ ਪਿੰਡ ਹੈ ਸ਼ੇਖੂਪੁਰਾ, ਠੀਕ ਹੈ ਜੀ। ਇਹ ਪਿੰਡ ਹੈਗਾ ਜੀ, ਠੀਕ ਹੈ, ਸ਼ੇਖੂਪੁਰਾ ਜ਼ਿਲ੍ਹੇ ਦੇ ਵਿੱਚ ਪੈਂਦਾ। ਪਿੰਡ ਜੰਡਿਆਲਾ ਸ਼ੇਰ ਖਾਂ, ਉੱਥੇ ਜੰਮਿਆ, ਠੀਕ ਹੈ। ਪਿੰਡ ਦਾ ਨਾਮ ਹੈਗਾ ਜੰਡਿਆਲਾ ਸ਼ੇਰ ਖਾਂ, ਜ਼ਿਲ੍ਹਾ ਹੈਗਾ ਜੀ ਸ਼ੇਖੂਪੁਰ, ਹੈਗਾ ਕਿੱਥੇ ਹੈ, ਲਾਹੌਰ ਤੋਂ 50 ਕਿਲੋਮੀਟਰ ਦੂਰ। ਪਿਤਾ ਦਾ ਨਾਮ ਕੀ ਹੈ ਰਾਜੇ, ਸੈਯਦ ਗੁਲਸ਼ੇਰ ਸ਼ਾਹ। ਕਹਿੰਦਾ ਜੀ ਇਹਦੇ ਜਿਹੜੇ ਪਿਤਾ ਸੀਗੇ ਪੁਰਖੀ ਬਾਬਾ ਵਾਰਿਸ ਸ਼ਾਹ ਜੀ ਦੀ ਮਜ਼ਾਰ ਦੀ ਸੇਵਾ ਕਰਨ ਵਾਲੇ ਸਨ। ਕਹਿਣ ਦਾ ਮਤਲਬ ਕਿ ਜਿਹੜੇ ਇਹਨਾਂ ਦੇ ਪਿਤਾ ਵੀ ਸੀਗੇ ਉਹ ਵੀ ਇੱਕ ਮਤਲਬ ਕਿ ਸਾਧੂ ਬਿਰਤੀ ਵਾਲੇ ਬੰਦੇ ਸੀਗੇ, ਮਜ਼ਾਰ ਤੇ ਸੇਵਾ ਕਰਦੇ ਸੀ। ਮਜ਼ਾਰ ਹੁੰਦਾ ਰਾਜੇ ਜਿਵੇਂ ਆਪਾਂ ਕਹਿ ਸਕਦੇ ਹਾਂ
ਮਸਜਿਦ। ਅੱਗੇ ਕਹਿੰਦੇ ਜੀ ਇਹ ਗੱਲ ਪੱਕੀ ਹੈ ਕਿ ਉਸਨੇ ਆਪਣੀ ਮਹਾਨ ਰਚਨਾ ਹੀਰ 1766 ਵਿੱਚ ਮੁਕੰਮਲ ਕੀਤੀ। ਇਹ ਰਾਜੇ ਕਹਿੰਦੇ ਜੀ ਇਤਿਹਾਸ ਦੇ ਵਿੱਚ ਮਿਲਦੀ ਹੈ ਜਾਣਕਾਰੀ ਕਿ ਜਿਹੜੀ ਉਹਨੇ ਹੀਰ ਲਿਖੀ ਹੈ ਕਦੋਂ ਲਿਖੀ ਹੈ 1766। ਇਹ ਡੇਟ ਤੁਹਾਡੇ ਵਾਸਤੇ ਇੰਪੋਰਟੈਂਟ ਹੈ, ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਹੈ। 1766 ਦੇ ਵਿੱਚ ਉਹਨੇ ਮੁਕੰਮਲ ਕੀਤੀ ਲਿਖ ਕੇ, ਕਿਉਂਕਿ ਉਸਨੇ ਆਪਣੀ ਪੁਸਤਕ ਦੇ ਅੰਤ ਦੇ ਵਿੱਚ ਇਸ ਦੇ ਮੁਕੰਮਲ ਹੋਣ ਦੀ ਤਰੀਕ ਲਿਖੀ ਹੈ, ਕਿਉਂਕਿ ਜਿਹੜੀ ਉਹਦੀ ਰਚਨਾ ਹੈਗੀ ਹੈ ਉਹਦੇ ਵਿੱਚ ਇਹ ਜਾਣਕਾਰੀ ਦਿੰਦਾ ਵੀ ਉਹਨੇ ਕਦੋਂ ਇਹ ਚੀਜ਼ ਲਿਖ ਕੇ ਸੰਪੂਰਨ ਕੀਤੀ ਹੈ 1766 ਦੇ ਵਿੱਚ। ਅੱਗੇ ਕਹਿੰਦੇ ਆ ਜੀ ਬਚਪਨ ਦੇ ਵਿੱਚ ਜਿਹੜਾ ਵਾਰਿਸ ਸ਼ਾਹ ਸੀਗਾ ਰਾਜੇ, ਉਸਦੇ ਪਿਤਾ ਨੇ ਪਿੰਡ ਜੰਡਿਆਲਾ ਸ਼ੇਰ ਖਾਨ ਦੀ ਹੀ ਮਸਜਿਦ ਦੇ ਵਿੱਚ ਪੜਨ ਲਾਇਆ। ਸਟਾਰਟਿੰਗ ਦੇ ਵਿੱਚ ਮਸਜਿਦ ਵਿੱਚ ਪੜਨ ਭੇਜਿਆ ਗਿਆ। ਕਹਿੰਦਾ ਜੀ ਇਹ ਮਸਜਿਦ ਹੁਣ ਵੀ ਇਸ ਕਵੀ ਦੀ ਮਜ਼ਾਰ ਦੇ ਦੱਖਣ ਪੱਛਮ ਦੀ ਤਰਫ ਮੌਜੂਦ ਹੈ, ਹਜੇ ਤੱਕ ਉਹ ਮਸਜਿਦ ਹੈਗੀ ਹੈ। ਉਸ ਦੇ ਬਾਅਦ ਉਸਨੇ ਦਰਸ਼ਨ ਏ ਨਿਜ਼ਾਮੀ ਦੀ ਸਿੱਖਿਆ ਕਸੂਰ ਵਿੱਚ ਮੌਲਵੀ ਗੁਲਾਮ ਮੁਰਤਜ਼ਾ ਕਸੂਰੀ ਕੋਲੋਂ ਹਾਸਲ ਕੀਤੀ। ਠੀਕ ਹੈ ਜੀ, ਇਹ ਰਾਜੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਰਾਜੇ, ਇਹ ਕੁਐਸਚਨ ਤੁਹਾਨੂੰ ਆ ਸਕਦਾ, ਇੰਪੋਰਟੈਂਟ ਹੈ ਵੀ ਉਹਨੇ ਜਿਹੜੀ ਆਪਣਾ ਗੁਰੂ ਕਿਹਨੂੰ ਧਾਰਿਆ ਰਾਜੇ, ਗੁਲਾਮ ਮੁਰਤਜ਼ਾ ਕਸੂਰੀ। ਪਰ ਜੇ ਆਪਾਂ ਫਿਲਮ ਦੇਖੀਏ ਵਾਰਿਸ ਸ਼ਾਹ ਫਿਲਮ ਬਣੀ ਜਿਹੜੀ ਗੁਰਦਾਸ ਮਾਨ ਵਾਲੀ ਰਾਜੇ, ਉਹਦੇ ਵਿੱਚ ਨਾਮ ਜਿਹੜਾ ਲਿਆ ਜਾਂਦਾ ਰਾਜੇ ਉਹ ਥੋੜਾ ਜਿਹਾ ਡਿਫਰੈਂਟ ਲਿਆ ਜਾਂਦਾ। ਇਹ ਹੁਣ ਇਤਿਹਾਸ ਦੇ ਵਿੱਚ ਵੱਖਰੇ ਵੱਖਰੇ ਨਾਮ ਨੇ। ਵੈਸੇ ਜਿਹੜਾ ਮੈਂ ਅਥੈਂਟਿਕੇਟ ਸੋਰਸ ਚੱਕਿਆ ਉਹਦੇ ਵਿੱਚ ਗੁਲਾਮ ਮੁਰਤਜ਼ਾ ਕਸੂਰੀ ਹੈ, ਪਰ ਜੇ ਫਿਲਮ ਦੇਖੀਏ ਉਹਦੇ ਵਿੱਚ ਕਹਿ ਦਿੰਦੇ ਆ ਗੁਲਾਮ ਮਕਦੂਮ ਕਹਿ ਦਿੰਦੇ ਜਾਂ ਮਕਦੂਦ ਕਹਿ ਦਿੰਦੇ ਆ। ਹੁਣ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਪੈਂਦਾ, ਮਕਦੂਦ ਕਹਿੰਦੇ ਜਾਂ ਮਕਦੂਮ ਕਹਿੰਦੇ ਆ, ਤਾਂ ਤੁਸੀਂ ਦੋਨੇ ਨਾਮ ਯਾਦ ਰੱਖ ਲਿਓ। ਵੈਸੇ ਜ਼ਿਆਦਾ ਜਿਹੜਾ ਹੈਗਾ ਅਥੈਂਟਿਕੇਟ ਹੈ ਗੁਲਾਮ ਮੁਰਤਜ਼ਾ ਕਸੂਰੀ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਉਹਨੇ ਅਰਬੀ ਤੇ ਫਾਰਸੀ ਦੇ ਵਿੱਚ ਉੱਚ ਵਿੱਦਿਆ ਵੀ ਪ੍ਰਾਪਤ ਕੀਤੀ ਤੇ ਉੱਥੇ ਆਪ ਜਿਹੜੀ ਵਿੱਦਿਆ ਪ੍ਰਾਪਤ ਕੀਤੀ ਉਹ ਕਿੱਥੇ ਕੀਤੀ ਹੈ, ਪਾਕਪਟਨ। ਪਾਕਪਟਨ ਵੀ ਰਾਜੇ ਆਪਣੇ ਲਾਹੌਰ ਦੇ ਕੋਲੇ ਜਗ੍ਹਾ ਹੈਗੀ ਹੈ, ਪਾਕਪਟਨ ਇੱਕ ਜ਼ਿਲ੍ਹਾ ਹੈ। ਕਹਿੰਦਾ ਜੀ ਪਾਕਪਟਨ ਦੇ ਵਿੱਚ ਬਾਬਾ ਫਰੀਦ ਦੀ ਗੱਦੀ ਉੱਪਰ ਮੌਜੂਦ ਬਜ਼ੁਰਗਾਂ ਕੋਲੋਂ ਇਹਨਾਂ ਨੇ ਕੀ ਕੀਤਾ, ਆਤਮਿਕ ਗਿਆਨ ਪ੍ਰਾਪਤ ਕੀਤਾ। ਜਿਸ ਤੋਂ ਬਾਅਦ ਇਹ ਰਾਣੀ ਹਾਂਸ ਦੀ ਮਸਜਿਦ ਵਿੱਚ ਬਤੌਰ ਇਮਾਮ ਰਹੇ। ਇਮਾਮ ਦਾ ਮਤਲਬ ਹੁੰਦਾ ਮੌਲਵੀ, ਤੇ ਉੱਥੇ ਧਾਰਮਿਕ ਵਿੱਦਿਆ ਦਾ ਪ੍ਰਸਾਰ ਕੀਤਾ। ਠੀਕ ਹੈ, ਮਤਲਬ ਪਹਿਲਾਂ ਇਹਨਾਂ ਨੇ ਆਪ ਵਿੱਦਿਆ ਪ੍ਰਾਪਤ ਕੀਤੀ, ਫਿਰ ਅੱਗੇ ਜਾ ਕੇ ਕੀ ਕੀਤੀ, ਨੌਲੇਜ ਨੂੰ ਸਪਰੈਡ ਕੀਤਾ, ਲੋਕਾਂ ਦੇ ਵਿੱਚ ਪ੍ਰਸਾਰ ਕੀਤਾ। ਕਹਿੰਦਾ ਜੀ ਵਾਰਿਸ ਸ਼ਾਹ ਤੋਂ ਪਹਿਲਾਂ ਦਮੋਦਰ ਨੇ, ਠੀਕ ਹੈ, ਵਾਰਿਸ ਸ਼ਾਹ ਤੋਂ ਪਹਿਲਾਂ ਵੀ ਦੇਖੋ ਕਹਿੰਦਾ ਦਮੋਦਰ ਇੱਕ ਕਵੀ ਹੋਇਆ, ਮੈਂ ਅੱਗੇ ਜਾ ਕੇ ਪੜਾਉਂਗਾ। ਦਮੋਦਰ ਨੇ ਵੀ ਜਿਹੜਾ ਕਿ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਦਾ ਕਿੱਸੇਕਾਰ ਹੀਰ ਰਾਂਝਾ ਦੀ ਰਚਨਾ ਕੀਤੀ। ਤਾਂ ਕਹਿਣ ਦਾ ਮਤਲਬ ਵਾਰਿਸ ਸ਼ਾਹ ਤੋਂ ਪਹਿਲਾਂ ਦਮੋਦਰ ਨੇ ਵੀ ਲਿਖੀ ਹੋਈ ਹੈ ਭਾਈ ਹੀਰ ਰਾਂਝਾ, ਪਰ ਜਿਹੜੀ ਮਸ਼ਹੂਰ ਹੋਈ ਹੈ ਰਾਜੇ ਉਹ ਵਾਰਿਸ ਸ਼ਾਹ ਦੀ ਹੋਈ ਹੈ। ਤਾਂ ਕਹਿੰਦਾ ਜੀ ਇੱਕ ਬੰਦਾ ਹੋਇਆ ਮੁਕਬਲ, ਠੀਕ ਹੈ ਜੀ, ਇੱਕ ਹੋਇਆ ਅਹਿਮਦ ਗੁੱਜਰ, ਇੱਕ ਹੋਇਆ ਹਾਮਦ। ਇਹ ਸਾਰਿਆਂ ਨੇ ਹੀਰ ਲਿਖੀ ਹੈ, ਪਰ ਜਿਹੜੀ ਮਸ਼ਹੂਰ ਹੋਈ ਹੈ ਰਾਜੇ ਉਹ ਵਾਰਿਸ ਸ਼ਾਹ ਦੀ, ਉਹਨੇ ਅਮਰ ਕੀਤੀ ਹੈ ਹੀਰ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਨੈਕਸਟ ਕਹਿੰਦਾ ਜੀ ਪਰ ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈਗੀ ਹੈ ਰਾਜੇ, ਕਹਿੰਦਾ ਪੰਜਾਬੀ ਸਾਹਿਤ ਦੀ ਸੰਸਾਰ ਪੱਧਰ ਦੀਆਂ ਲਿਖਤਾਂ ਵਿੱਚੋਂ ਆਪਣਾ ਸਥਾਨ ਬਣਾ ਚੁੱਕੀ ਹੈ। ਸਭ ਤੋਂ ਮਹੱਤਵਪੂਰਨ ਇਹੀ ਹੈ। ਕਹਿੰਦਾ ਜੀ ਇਮਾਮ ਹੋਣ ਦੇ ਸਮੇਂ ਦੌਰਾਨ ਮਸਜਿਦ ਮਲਿਕਾ ਹਾਂਸ ਦੇ ਸਥਾਨ ਉੱਤੇ ਵਾਰਿਸ ਸ਼ਾਹ ਨੇ 1766 ਈਸਵੀ ਵਿੱਚ ਹੀਰ ਦੀ ਰਚਨਾ ਸੰਪੂਰਨ ਕੀਤੀ ਹੈ। ਇਹ ਡੇਟ ਯਾਦ ਰੱਖਣੀ ਹੈ। ਅੱਗੇ ਕਹਿੰਦਾ ਜੀ ਛੋਟੀ ਇੱਟ ਦੀ ਜਿਹੜੀ ਬਣੀ ਇਹ ਮਸਜਿਦ ਆ ਅੱਜ ਵੀ ਹੈਗੀ ਹੈ। ਮਿੰਟ ਗੁਮਰੀ ਕਾਲਜ ਅਜੇ ਵੀ ਹੈਗਾ ਰਾਜੇ ਲਾਹੌਰ ਦੇ ਵਿੱਚ, ਉਹਦੇ ਵਿੱਚ ਇਹ ਆਜ਼ਾਦ ਕਰ ਹਜੇ ਵੀ ਉਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ। ਕਿਹਦੀ, ਵਾਰਿਸ ਸ਼ਾਹ ਦੀ, ਜਿੱਥੇ ਉਹ ਕੀ ਕਰਦੇ ਸੀਗੇ, ਮਤਲਬ ਕਿ ਸਿੱਖਿਆ ਦਾ ਪ੍ਰਸਾਰ ਕਰਦੇ ਸੀਗੇ। ਤਾਂ ਨੈਕਸਟ ਆਪਾਂ ਗੱਲ ਕਰੀਏ, ਕਹਿੰਦੇ ਜੀ ਦੱਸਦੇ ਹਨ ਕਿ ਵਾਰਿਸ ਦੀ ਹੀਰ ਇੰਨੀ ਹਰਮਨ ਪਿਆਰੀ ਹੋ ਗਈ ਸੀ ਕਿ ਲੋਕ ਦੂਰ ਦੂਰ ਤੋਂ ਉਹ ਸੁਣਨ ਆਉਂਦੇ ਸੀਗੇ। ਤੁਸੀਂ ਫਿਲਮ ਦੇਖੀ ਹੋਊਗੀ, ਉਹਦੇ ਵਿੱਚ ਵੀ ਗੁਰਦਾਸ ਮਾਨ ਦੇਖੋ ਹੀਰ ਸੁਣਾਉਂਦੇ ਹੁੰਦੇ ਆ, ਪਹਿਲਾਂ ਲਿਖਦੇ ਆ ਫਿਰ ਸੁਣਾਉਂਦੇ ਆ। ਕਹਿੰਦਾ ਜੀ ਜਿਹੜਾ ਬੰਦਾ ਹੀਰ ਸੁਣਦਾ ਸੀ ਉਹ ਇੰਨਾ ਮਤਲਬ ਉਹਦੇ ਵਿੱਚ ਝੂਮ ਜਾਂਦਾ ਸੀ, ਇੰਨਾ ਉਹਨੂੰ ਆਨੰਦ ਆਉਂਦਾ ਸੀਗਾ ਕਿ ਲੋਕ ਝੂਮਣ ਲੱਗ ਜਾਂਦੇ ਸੀ ਹੀਰ ਸੁਣ ਕੇ। ਕਹਿੰਦਾ ਜੀ ਇਸ ਤਰ੍ਹਾਂ ਵਾਰਿਸ ਸ਼ਾਹ ਦੀ ਹੀਰ ਨੇ ਕਈ ਰਾਂਝੇ ਵੀ ਬਣਾ ਦਿੱਤੇ। ਕਹਿਣ ਦਾ ਮਤਲਬ ਉਹਦਾ ਪ੍ਰਭਾਵ, ਉਹਦੀ ਕਵਿਤਾ ਦਾ ਪ੍ਰਭਾਵ, ਉਹਦੇ ਕਿਸੇ ਦਾ ਪ੍ਰਭਾਵ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਵੀ ਪਿਆ ਤੇ ਕਈ ਰਾਂਝੇ ਬਣ ਗਏ। ਕਹਿੰਦਾ ਜੇ ਪਾਕਿਸਤਾਨ ਦੀ ਗੱਲ ਕਰੀਏ, ਵੱਖ-ਵੱਖ ਸ਼ਹਿਰਾਂ ਵਿੱਚ ਰਾਂਝਾ ਜਾਤੀ ਮਿਲਦੀ ਆ। ਰਾਂਝਾ ਜਾਤੀ ਕੋਈ ਐਵੇਂ ਮਤਲਬ ਕਿ ਪਹਿਲਾਂ ਤੋਂ ਤੁਰੀ ਆ ਰਹੀ ਜਾਤੀ ਨਹੀਂ ਸੀਗੀ। ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਆ ਤੇ ਲੋਕ ਰਾਂਝੇ ਦੇ ਬਾਰੇ, ਮਤਲਬ ਰਾਂਝੇ ਦਾ ਕਰੈਕਟਰ ਇੰਨਾ ਉੱਚਾ ਬਣਾਤਾ ਵਾਰਿਸ ਸ਼ਾਹ ਨੇ ਕਿ ਲੋਕ ਆਪਣੇ ਨਾਮ ਦੇ ਨਾਲ ਰਾਂਝਾ ਲਾਉਣਾ ਸ਼ੁਰੂ ਕਰਤਾ ਉਹਨਾਂ ਨੇ। ਤਾਂ ਅੱਜ ਵੀ ਉਹ ਜਾਤੀ ਮਿਲਦੀ ਹੈ ਰਾਜੇ। ਕਹਿੰਦਾ ਜੀ, ਕਹਿੰਦਾ ਅਜਿਹੇ ਲੋਕ ਵੀ ਹਨ ਜੋ ਰਾਂਝੇ ਨਾ ਹੋ ਸਕੇ ਤੇ ਆਪਣੇ ਨਾਮ ਦੇ ਨਾਲ ਰਾਂਝਾ ਲਿਖਦੇ ਨੇ। ਠੀਕ ਹੈ ਜੀ, ਤੇ ਇਹ ਜਾਤੀ ਅੱਜ ਵੀ ਆਪਣੀ ਪਾਕਿਸਤਾਨ ਦੇ ਵਿੱਚ ਮਿਲਦੀ ਹੈ। ਤਾਂ ਇਹ ਹੈਗੇ ਨੇ ਜੀ ਵਾਰਿਸ ਸ਼ਾਹ, ਇਹਨਾਂ ਦੀ ਪੇਂਟਿੰਗ ਹੈ ਵਾਰਿਸ ਸ਼ਾਹ ਦੀ। ਤਾਂ ਹੁਣ ਜਿਹੜੀਆਂ ਦੋ ਤਿੰਨ ਗੱਲਾਂ ਮੈਂ ਦੱਸ ਕੇ ਜਾਊਂਗਾ ਰਾਜੇ, ਉਹ ਐਗਜ਼ਾਮ ਦੇ ਵਾਸਤੇ ਸਭ ਤੋਂ ਮਹੱਤਵਪੂਰਨ ਨੇ। ਪਹਿਲੀ ਗੱਲ ਇਹ ਹੈ ਕਿ ਕਹਿੰਦਾ ਜੀ ਜੰਡਿਆਲਾ ਸ਼ੇਰ ਖਾਂ ਦੇ ਵਿੱਚ ਹੀ ਪੀਰ ਸੈਯਦ ਵਾਰਿਸ ਸ਼ਾਹ ਦੀ ਮਜ਼ਾਰ ਹੈ। ਮਤਲਬ ਕਿ ਇਹਨਾਂ ਜਗ੍ਹਾ ਬਣੀ ਹੋਈ ਹੈ, ਯਾਦ ਰੱਖਣਾ ਕਿੱਥੇ ਬਣੀ ਹੋਈ ਹੈ, ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ। ਠੀਕ ਹੈ ਜੀ, ਜੰਡਿਆਲਾ ਸ਼ੇਰ ਖਾਂ ਪਿੰਡ ਦੇ ਵਿੱਚ। ਦੂਜਾ ਕਹਿੰਦਾ ਜੀ ਵਾਰਿਸ ਸ਼ਾਹ ਨੂੰ ਪੰਜਾਬੀ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ। ਇਹ ਸਭ ਤੋਂ ਮਹੱਤਵਪੂਰਨ ਹੈ ਰਾਜੇ, ਇੱਕ ਵਾਰੀ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ ਪੰਜਾਬੀ ਦਾ ਸ਼ੇਕਸਪੀਅਰ ਕੌਣ ਹੈ, ਵਾਰਿਸ ਸ਼ਾਹ। ਤੇ ਇਹਨੇ ਲਿਖਿਆ ਕੀ ਹੈ ਰਾਜੇ, ਇੱਕ ਹੀਰ ਰਾਂਝਾ, ਇੱਕ ਕਿੱਸਾ ਹੀਰ। ਦੋਨੇ ਰਾਜੇ ਯਾਦ ਰੱਖਣੇ ਆ। ਇੱਕ ਵਾਰੀ ਕੁਐਸਚਨ ਆਇਆ ਸੀ ਕਿੱਸਾ ਹੀਰ ਬਾਰੇ, ਇੱਕ ਵਾਰੀ ਆਇਆ ਸੀ ਹੀਰ ਰਾਂਝਾ ਬਾਰੇ। ਠੀਕ ਹੈ ਜੀ, ਕਿੱਸਾ ਹੀਰ ਦੇ ਵਿੱਚ ਕੱਲਾ ਹੀਰ ਦੀ ਗੱਲ ਕੀਤੀ ਗਈ ਹੈ, ਹੀਰ ਰਾਂਝੇ ਵਿੱਚ ਦੋਨਾਂ ਦੀ ਪ੍ਰੇਮ ਕਹਾਣੀ ਦੀ ਗੱਲ ਕੀਤੀ ਗਈ ਹੈ। ਤਾਂ ਇਹ ਸੀਗਾ ਜੀ ਸੈਕੰਡ ਕਿੱਸਾਕਾਰ ਆਪਣੇ ਵਾਰਿਸ ਸ਼ਾਹ। ਪਹਿਲਾਂ ਆਪਾਂ ਪੀਲੂ ਪੜਿਆ, ਵਾਰਿਸ ਸ਼ਾਹ ਜੀ ਪੜ੍ਹ ਲਏ ਆਪਾਂ। ਹੁਣ ਆਪਾਂ ਗੱਲ ਕਰਾਂਗੇ ਹਾਫਿਜ਼ ਬਰਖੁਦਾਰ ਦੀ ਗੱਲ ਕਰਾਂਗੇ ਰਾਜੇ। ਇਹਨਾਂ ਦਾ ਵੀ ਕੋਈ ਜਨਮ ਤੇ ਮੌਤ ਦਾ ਡੇਟਸ ਨਹੀਂ ਮਿਲਦੀਆਂ ਗਈਆਂ ਇਤਿਹਾਸ ਦੇ ਵਿੱਚ। ਤੇ ਕਹਿੰਦਾ ਜੀ ਹਾਫਿਜ਼ ਬਰਖੁਦਾਰ 17ਵੀਂ ਸਦੀ ਦਾ ਇੱਕ ਪ੍ਰਸਿੱਧ ਕਿੱਸਾਕਾਰ ਕਵੀ ਹੈ।
ਤੇ ਕਹਿੰਦਾ ਜੀ ਇਹਦੇ ਨਾਮ ਦੇ ਨਾਲ ਤਿੰਨ ਕਿੱਸੇ ਜੁੜੇ ਆ ਰਾਜੇ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ ਤੇ ਯੂਸਫ ਜਲੇਖਾਂ। ਠੀਕ ਹੈ, ਯੂਸਫ ਜਲੇਖਾਂ ਵੀ ਇੱਕ ਮਤਲਬ ਕਿ ਆਪਣਾ ਕਿੱਸਾ ਬਹੁਤ ਮਸ਼ਹੂਰ ਹੋਇਆ। ਹੁਣ ਜਿਹੜਾ ਹਾਫਿਜ਼ ਬਰਖੁਦਾਰ ਹੈ ਰਾਜੇ, ਇਹਦਾ ਜਿਹੜਾ ਕਿੱਸਾ ਯਾਦ ਰੱਖਣਾ, ਤੁਸੀਂ ਰੱਖਣਾ ਯਾਦ ਰੱਖਣਾ ਸੱਸੀ ਪੁੰਨੂ, ਕਿਉਂਕਿ ਮਿਰਜ਼ਾ ਸਾਹਿਬਾ ਕਿਹਦਾ, ਪੀਲੂ ਦਾ ਮਸ਼ਹੂਰ ਹੋਇਆ, ਲਿਖਿਆ ਇਹਨੇ ਵੀ ਆ, ਪਰ ਇਹ ਸੱਸੀ ਪੁੰਨੂ ਯਾਦ ਰੱਖਿਓ ਤੁਸੀਂ ਇਹਦੇ ਬਾਰੇ। ਤਾਂ ਨੈਕਸਟ ਗੱਲ ਕਰੀਏ, ਕਹਿੰਦਾ ਜੀ ਹਾਫਿਜ਼ ਬਰਖੁਦਾਰ ਦਾ ਜਿਹੜਾ ਜਨਮ ਹੋਇਆ ਰਾਜੇ ਮੁਸਲਮਾਨੀ ਪਿੰਡ ਜੋ ਕਿ ਤਖਤ ਹਜ਼ਾਰਾ ਹੈ। ਤਖਤ ਹਜ਼ਾਰਾ ਤੁਹਾਨੂੰ ਪਤਾ, ਤਖਤ ਹਜ਼ਾਰਾ ਪੜ੍ਹ ਕੇ ਤੁਹਾਡੇ ਦਿਮਾਗ 'ਚ ਇੱਕ ਗੱਲ ਵੱਜੀ ਹੋਊਗੀ, ਤਖਤ ਹਜ਼ਾਰੇ ਤੁਹਾਨੂੰ ਯਾਦ ਆ ਗਿਆ ਹੋਊਗਾ ਹੀਰ ਰਾਂਝੇ ਵਾਲਾ। ਠੀਕ ਹੈ, ਤਾਂ ਰਾਂਝੇ ਦੀ ਜਿਹੜੀ ਹੀਰ ਰਾਂਝੇ ਦੀ ਕਹਾਣੀ ਉਹਦੇ ਵਿੱਚ ਤਖਤ ਹਜ਼ਾਰੇ ਦਾ ਜ਼ਿਕਰ ਆਉਂਦਾ ਰਾਜੇ। ਤਾਂ ਤਖਤ ਹਜ਼ਾਰੇ ਦੇ ਨੇੜੇ ਕਹਿੰਦਾ ਉਹਦਾ ਜਨਮ ਹੋਇਆ। ਕਹਿੰਦਾ ਜੀ ਉਹ ਲਾਹੌਰ ਖੇਤਰ ਦੇ ਪਰਗਨਾ ਚੀਮਾ ਚੱਠਾ ਦਾ ਵਸਨੀਕ ਸੀਗਾ। ਪਰਗਨਾ ਚੀਮਾ ਚੱਠਾ ਦੇ ਇਲਾਕੇ ਦੇ ਵਿੱਚ ਉਹ ਰਹਿੰਦਾ ਸੀਗਾ। ਠੀਕ ਹੈ, ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਹਾਫਿਜ਼ ਕੌਮ ਦਾ ਜੱਟ ਰਾਂਝਾ ਉਪਨਾਮ ਸੀਗਾ। ਦੇਖੋ ਤੁਹਾਨੂੰ ਮੈਂ ਕਿਹਾ ਵੀ ਜਦੋਂ ਉਹਨੇ ਆਪਣੇ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ ਤਾਂ ਰਾਂਝੇ ਦਾ ਇੰਨਾ ਪ੍ਰਭਾਵ ਪੈ ਗਿਆ, ਲੋਕ ਆਪਣੇ ਨਾਮ ਦੇ ਪਿੱਛੇ ਰਾਂਝਾ ਲਾਉਣ ਲੱਗ ਗਏ, ਤੇ ਮੁਸਲਮਾਨ ਪਿੰਡ ਜਿਹੜੇ ਅੱਜ ਵੀ ਲਾਹੌਰ ਦੇ ਨੇੜੇ ਤੇੜੇ ਹੈਗੇ ਉਹ ਆਪਣੇ ਨਾਮ ਪਿੱਛੇ ਰਾਂਝਾ ਲਾਉਂਦੇ ਆ। ਤਾਂ ਹਾਫਿਜ਼ ਬਰਖੁਦਾਰ ਵੀ ਆਪਣੇ ਨਾਮ ਦੇ ਪਿੱਛੇ ਰਾਂਝਾ ਲਾਉਂਦੇ ਸੀ। ਦੇਖੋ ਇਹਨਾਂ ਦੇ ਉੱਪਰ ਵੀ ਪ੍ਰਭਾਵ ਸੀਗਾ ਹੀਰ ਰਾਂਝੇ ਦਾ। ਤਾਂ ਕਹਿੰਦਾ ਜੀ ਹਾਫਿਜ਼ ਜਿਹੜਾ ਕੌਮ ਦਾ ਜੱਟ ਸੀਗਾ, ਉਹ ਜੱਟ ਮੁਸਲਮਾਨ ਸੀਗਾ, ਪਰ ਉਹ ਨਾਲ ਕੀ ਲਾਉਂਦਾ ਸੀਗਾ, ਆਪਣੇ ਰਾਂਝਾ ਲਾਉਂਦਾ ਸੀ ਨਾਮ ਦੇ ਪਿੱਛੇ। ਠੀਕ ਹੈ ਜੀ, ਤਾਂ ਨੈਕਸਟ ਗੱਲ ਕਰੀਏ, ਕਹਿੰਦਾ ਜੀ ਪੀਲੂ ਦੇ ਪਿੱਛੋਂ ਉੱਗਾ ਕਿੱਸਾਕਾਰ ਜਿਹੜਾ ਹੋਇਆ ਰਾਜੇ ਉਹ ਹਾਫਿਜ਼ ਬਰਖੁਦਾਰ ਹੀ ਮੰਨਿਆ ਜਾਂਦਾ ਹੈ। ਤੇ ਕਹਿੰਦਾ ਜੀ ਇਹ ਔਰੰਗਜ਼ੇਬ ਦਾ ਸਮਕਾਲੀ ਸੀਗਾ, ਕੌਣ, ਹਾਫਿਜ਼ ਬਰਖੁਦਾਰ ਰਾਜੇ। ਤੇ ਮੁੱਢਲੀ ਵਿੱਦਿਆ ਇਹਨਾਂ ਨੇ ਪਿੰਡ ਤੋਂ ਹੀ ਪ੍ਰਾਪਤ ਕੀਤੀ ਹੈ, ਤੇ ਜਵਾਨ ਹੋਣ ਤੋਂ ਬਾਅਦ ਇਹ ਲਾਹੌਰ ਆ ਗਏ ਸੀਗੇ। ਇਹਨਾਂ ਦੀ ਮਤਲਬ ਕਿ ਲਾਹੌਰ ਤਾਂ ਜ਼ਰੂਰ ਆ ਗਏ, ਪਰ ਇੱਥੋਂ ਦੀ ਹਵਾ ਇਹਨਾਂ ਨੂੰ ਰਾਸ ਨਹੀਂ ਆਏਗੀ। ਫਿਰ ਇਹ ਚਲੇ ਗਏ ਸਿਆਲਕੋਟ, ਤੇ ਆਖਰੀ ਉਮਰ ਤੱਕ ਇਹ ਸਿਆਲਕੋਟ ਹੀ ਰਹੇ ਆ। ਤੇ ਉਹਨਾਂ ਦੀ ਜਿਹੜੀ ਕਬਰ ਹੈਗੀ ਰਾਜੇ ਪਿੰਡ ਚਿੱਟੀ ਸ਼ੇਖਾਂ ਸਿਆਲਕੋਟ ਤੋਂ 4 ਮੀਲ ਦੂਰ ਹੈ। ਕਹਿਣ ਦਾ ਮਤਲਬ ਸਿਆਲਕੋਟ ਦੇ ਵਿੱਚ ਇਹਨਾਂ ਦੀ ਕੀ ਬਣੀ ਹੋਈ ਹੈ, ਕਬਰ ਬਣੀ ਹੋਈ ਹੈ, ਮਜ਼ਾਰ ਬਣੀ ਹੋਈ ਹੈ। ਕਹਿੰਦਾ ਜੀ ਉਹ ਫਾਰਸੀ ਦਾ ਵਿਦਵਾਨ ਸੀਗਾ, ਸਾਰੀ ਉਮਰ ਉਹਨਾਂ ਨੇ ਲੋਕਾਂ ਨੂੰ ਪੜ੍ਹਾਉਣ ਕਰਨ ਤੇ ਕਵਿਤਾ ਕਹਿਣ ਦੇ ਵਿੱਚ ਲੱਗੀ। ਕਹਿਣ ਦਾ ਮਤਲਬ ਉਹ ਕਵਿਤਾ ਲਿਖਦਾ ਵੀ ਸੀ, ਲੋਕਾਂ ਨੂੰ ਪੜ੍ਹਾਉਂਦਾ ਵੀ ਸੀ, ਕਿ ਸਿੱਖਿਆ ਦਾ ਪ੍ਰਸਾਰ ਵੀ ਕਰਦਾ ਸੀਗਾ। ਪੜ੍ਹਾਉਣ ਦੇ ਨਾਲ ਨਾਲ ਉਹ ਧਾਰਮਿਕ ਵਿਸ਼ਿਆਂ ਉੱਪਰ ਭਾਸ਼ਣ ਵੀ ਦਿੰਦਾ ਸੀਗਾ। ਵਿਹਲੇ ਟਾਈਮ ਵੇਲੇ ਉਹ ਸੱਚੇ ਪ੍ਰੇਮ ਦੇ ਕਿੱਸੇ ਲਿਖਣ ਵਿੱਚ ਵੀ ਰੁਚੀ ਰੱਖਦਾ ਸੀਗਾ। ਕੌਣ, ਹਾਫਿਜ਼ ਬਰਖੁਦਾਰ ਦੀ ਮੈਂ ਗੱਲ ਕਰ ਰਿਹਾ। ਉਹਨੇ 3 ਕਿੱਸੇ ਲਿਖੇ ਰਾਜੇ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ ਤੇ ਯੂਸਫ ਜਲੇਖਾਂ। ਠੀਕ ਹੈ ਜੀ, ਹਾਫਿਜ਼ ਬਰਖੁਦਾਰ ਦੇ ਨਾਮ ਦੇ ਅਧੀਨ ਹੋਰ ਰਚਨਾਵਾਂ ਵੀ ਦੱਸੀਆਂ ਜਾਂਦੀਆਂ, ਪਰ ਜਿਨ੍ਹਾਂ ਵਿੱਚ ਧਾਰਮਿਕ, ਇਸਲਾਮੀ 12ਵਾਂ ਆਦਿ ਸ਼ਾਮਲ ਹੈ। ਤਾਂ ਇਸਲਾਮੀ 12ਵਾਂ ਵੀ ਇਹਨੇ ਲਿਖਿਆ ਹੋਇਆ ਰਾਜੇ, ਕਿਨੇ, ਹਾਫਿਜ਼ ਬਰਖੁਦਾਰ ਨੇ ਲਿਖਿਆ ਹੋਇਆ। ਪਰ ਯਾਦ ਆਪਾਂ ਪੇਪਰ ਵਾਸਤੇ ਕੀ ਲਿਖਣਾ, ਉਹ ਤੁਹਾਨੂੰ ਮੈਂ ਦੱਸ ਦਿੰਦਾ ਰਾਜੇ, ਤੁਸੀਂ ਯਾਦ ਕੀ ਰੱਖਣਾ। ਦੇਖੋ ਮਿਰਜ਼ਾ ਸਾਹਿਬਾ ਕਿਨੇ ਲਿਖਿਆ, ਹਾਫਿਜ਼ ਬਰਖੁਦਾਰ ਨੇ ਲਿਖਿਆ। ਸ਼ੀਰੀ ਫਰਿਹਾਦ ਵੀ ਕਿਨੇ ਲਿਖਿਆ, ਹਾਫਿਜ਼ ਬਰਖੁਦਾਰ ਨੇ ਲਿਖਿਆ। ਠੀਕ ਹੈ, ਇਹ ਦੋਨੇ ਲਿਖਿਆ ਨੇ। ਠੀਕ ਹੈ, ਸ਼ੀਰੀ ਫਰਿਹਾਦ ਵੀ ਲਿਖਿਆ ਤੇ ਮਿਰਜ਼ਾ ਸਾਹਿਬਾ ਵੀ ਲਿਖਿਆ। ਤੇ ਹੁਣ ਦੇਖੋ ਇਹਦੇ ਵਿੱਚ ਸ਼ੀਰੀ ਫਰਿਹਾਦ ਇੱਕ ਵਾਰੀ ਪੁੱਛਿਆ ਗਿਆ ਸੀ ਐਗਜ਼ਾਮ ਦੇ ਵਿੱਚ, ਤਾਂ ਯਾਦ ਰੱਖਣਾ ਸ਼ੀਰੀ ਫਰਿਹਾਦ ਕਿਨੇ ਲਿਖਿਆ ਰਾਜੇ, ਹਾਫਿਜ਼ ਬਰਖੁਦਾਰ ਨੇ ਲਿਖਿਆ। ਹੁਣ ਤੁਸੀਂ ਹੋਰ ਕੀ ਯਾਦ ਰੱਖਣਾ ਉਹ ਮੈਂ ਵੀਡੀਓ ਦੇ ਐਂਡ ਵਿੱਚ ਦੱਸੂਗਾ। ਹੁਣ ਥਰਡ ਕਿੱਸਾਕਾਰ ਆਪਣੇ ਕੋਲੇ ਆ ਗਿਆ ਕਾਦਰ ਯਾਰ। ਕਾਦਰ ਯਾਰ ਹੋਇਆ ਰਾਜੇ 1805 ਤੋਂ 1850 ਹੋਇਆ। ਇਹਦੇ ਵੀ ਮਤਲਬ ਕਿ ਜਨਮ ਤੇ ਮੌਤ ਬਾਰੇ ਪੱਕਾ ਸਬੂਤ ਨਹੀਂ ਮਿਲਦਾ, ਪਰ ਜਿਹੜੀ ਆਹ ਹੈਗੀ ਰਾਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ ਦੇ ਵਿੱਚੋਂ ਰੈਫਰੈਂਸ ਲਿਆ ਗਿਆ, ਇਹ ਅਥੈਂਟੀਕੇਟ ਹੀ ਹੁੰਦਾ ਹੈ ਲਗਭਗ 101%। ਤੇ ਕਾਦਰ ਯਾਰ ਕਹਿੰਦਾ ਜਿਹੜਾ ਹੈਗਾ ਰਾਜੇ 19ਵੀਂ ਸਦੀ ਦਾ ਕੀ ਹੈ, ਇੱਕ ਮਸ਼ਹੂਰ ਕਵੀ ਹੈ ਪੰਜਾਬੀ। ਠੀਕ ਹੈ, ਤੇ ਉਹਦਾ ਜਿਹੜਾ ਕਿੱਸਾ ਮਸ਼ਹੂਰ ਹੋਇਆ ਰਾਜੇ ਕਿਹੜਾ ਹੋਇਆ, ਕਿੱਸਾ ਪੂਰਨ ਭਗਤ। ਇਹ ਬਹੁਤ ਇੰਪੋਰਟੈਂਟ ਹੈ ਰਾਜੇ, ਪੂਰਨ ਭਗਤ ਕਿੱਸਾ ਸਿਰਫ ਕਾਦਰ ਯਾਰ ਨੇ ਲਿਖਿਆ। ਠੀਕ ਹੈ, ਇਹ ਯਾਦ ਰੱਖ ਲਿਓ, ਮੀਆਂ ਕਾਦਰ ਯਾਰ ਕਹਿੰਦੇ ਇਹਨੂੰ। ਤਾਂ ਕਾਦਰ ਯਾਰ ਦਾ ਜਿਹੜਾ ਉਪਨਾਮ ਸੀਗਾ ਰਾਜੇ ਕਾਦਰ ਯਾਰ ਵੀ ਕਹਿੰਦੇ ਆ, ਕਾਦਰ ਕਹਿ ਦਿੰਦੇ ਆ, ਸੰਧੂ ਜੱਟ ਵੀ ਹੈ। ਠੀਕ ਹੈ, ਇਹ ਮਤਲਬ ਕਿ ਕਾਦਰ ਕੱਲਾ ਕਹਿ ਦਿੰਦੇ ਆ, ਮੀਆਂ ਕਾਦਰ ਵੀ ਕਹਿ ਦਿੰਦੇ ਆ। ਇਹ ਜਾਤ ਦਾ ਸੰਧੂ ਜੱਟ ਸੀਗਾ ਰਾਜੇ। ਠੀਕ ਹੈ ਜੀ, ਤੇ ਪਿੰਡ ਸੀਗਾ ਇਹਦਾ ਮਾਸ਼ੀਕੇ, ਜ਼ਿਲ੍ਹਾ ਸ਼ੇਖਪੁਰ, ਪਾਕਿਸਤਾਨ। ਇਹ ਯਾਦ ਰੱਖਣਾ ਕਿੱਥੋਂ ਦਾ ਸੀਗਾ, ਸ਼ੇਖੂਪੁਰਾ, ਪਾਕਿਸਤਾਨ। ਠੀਕ ਹੈ ਜੀ, ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਕਾਦਰ ਯਾਰ ਦੀ ਰਾਜੇ, ਕਾਦਰ ਯਾਰ ਇੱਕ ਨਾ ਬਹੁਤ ਸਧਾਰਨ ਬੰਦਾ ਸੀਗਾ, ਫਕੀਰ ਮਤਲਬ ਸੁਭਾਅ ਦਾ ਬਿਲਕੁਲ ਫਕੀਰ ਤੇ ਦਰਵੇਸ਼ ਬੰਦਾ ਸੀਗਾ। ਕਹਿੰਦਾ ਜੀ ਉਹਨੇ ਹਿੰਦੂ ਧਰਮ ਤੋਂ ਵੀ ਉਹਦੀ ਜਾਣਕਾਰੀ ਬਹੁਤ ਸੀਗੀ। ਕਹਿਣ ਦਾ ਮਤਲਬ ਚਾਹੇ ਉਹ ਮੁਸਲਮਾਨ ਸੀ, ਪਰ ਉਹਨੂੰ ਹਿੰਦੂ ਧਰਮ ਬਾਰੇ ਬਹੁਤ ਜਾਣਕਾਰੀ ਸੀਗੀ। ਸ਼ੁਰੂ ਦੇ ਵਿੱਚ ਉਹਨੇ ਕਹਿੰਦਾ ਜੀ ਖੇਤੀ ਜ਼ਿਮੀਂਦਾਰੀ ਕਰਨ ਵਾਲਾ ਤੇ ਪਿੱਛੋਂ ਰਾਂਝੇ ਵਾਂਗ ਭਰਾਵਾਂ ਭਰਜਾਈਆਂ ਦੇ ਤਾਨੇ ਸੁਣਨ ਵਾਲਾ ਬੰਦਾ ਬਣਿਆ। ਕਹਿਣ ਦਾ ਮਤਲਬ ਸਟਾਰਟਿੰਗ ਦੇ ਵਿੱਚ ਉਹ ਘਰ ਦੇ ਵਿੱਚ ਰਹਿ ਕੇ ਖੇਤੀਬਾੜੀ ਕਰਦਾ ਸੀਗਾ, ਪਰ ਉਹਦਾ ਜਿਹੜਾ ਮਤਲਬ ਕਿ ਜਿਹੜੀ ਉਹਦੀ ਕਹਾਣੀ ਆ ਉਹ ਰਾਂਝੇ ਵਾਂਗੂ ਮਿਲਦੀ ਜੁਲਦੀ ਹੈ। ਉਹਨੂੰ ਵੀ ਭਰਾ ਭਰਜਾਈਆਂ ਨੇ ਬਹੁਤ ਤਾਨੇ ਮਾਰੇ ਆ। ਫਿਰ ਉਹ ਘਰ-ਬਾਰ ਛੱਡ ਦਿੰਦਾ ਰਾਜੇ, ਘਰ-ਬਾਰ ਛੱਡ ਕੇ ਇੱਕ ਜੋਗੀ ਬਣ ਕੇ ਉਹ ਕੀ ਕਰਦਾ, ਆਜ਼ਾਦ ਘੁੰਮਣ ਵਾਲਾ ਬੰਦਾ ਬਣ ਜਾਂਦਾ। ਤਾਂ ਕਹਿਣ ਦਾ ਮਤਲਬ ਫਕੀਰ ਸੁਭਾਅ ਦਾ ਬੰਦਾ ਸੀਗਾ ਕਾਦਰ ਯਾਰ। ਹੁਣ ਆਪਾਂ ਯਾਦ ਰੱਖਣੀਆਂ ਰਚਨਾਵਾਂ ਰਾਜੇ ਕਾਦਰ ਯਾਰ ਦੀਆਂ। ਸਭ ਤੋਂ ਜ਼ਿਆਦਾ ਜਿਹੜੇ ਯਾਦ ਰੱਖਣਾ, ਕਿੱਸਾ ਪੂਰਨ ਭਗਤ। ਠੀਕ ਹੈ, ਕਿੱਸਾ ਪੂਰਨ ਭਗਤ ਕਾਦਰ ਯਾਰ ਨੇ ਲਿਖਿਆ। ਕਿੱਸਾ ਰਾਜਾ ਰਸਾਲੂ, ਕਿੱਸਾ ਸੋਹਣੀ ਮਾਈਵਾਲ, ਕਿੱਸਾ ਮਤਲਬ ਵਾਰ ਆਪਾਂ ਸੀ ਹਰਫੀਆਂ ਵੀ ਕਹਿ ਦਿੰਦੇ ਆ, ਵਾਰ ਵੀ ਕਹਿ ਦਿੰਦੇ ਆ, ਵਾਰ ਹਰੀ ਸਿੰਘ ਨਲਵਾ ਇਹਨੇ ਲਿਖੀ ਹੈ। ਇਸ ਤੋਂ ਇਲਾਵਾ ਮਹਿਰਾਜ਼ਨਾਮਾ ਰਾਜੇ ਤੁਹਾਨੂੰ ਦੱਸਦਾ ਕੀ ਹੁੰਦਾ ਅੱਗੇ ਜਾ ਕੇ। ਤੇ ਇੱਕ ਨੇ ਲਿਖਿਆ ਰੋਜ਼ਨਾਮਾ। ਤਾਂ ਰੋਜ਼ਨਾਮਾ ਬਾਰੇ ਵੀ ਇੱਕ ਵਾਰੀ ਕੁਐਸਚਨ ਆਇਆ ਸੀ ਰਾਜੇ, ਰੋਜ਼ਨਾਮਾ, ਮਹਿਰਾਜ਼ਨਾਮਾ। ਠੀਕ ਹੈ, ਪੂਰਨ ਭਗਤ। ਇਹ ਤਿੰਨੇ ਤੁਸੀਂ ਯਾਦ ਰੱਖਣੇ ਆ, ਬਾਕੀ ਵੀ ਤੁਸੀਂ ਯਾਦ ਰੱਖ ਸਕਦੇ ਹੋ ਜੇ ਤੁਹਾਨੂੰ ਯਾਦ ਰਹਿ ਜਾਣਗੇ। ਤਾਂ ਗੱਲ ਕਰਦੇ ਆ ਰਾਜੇ ਹੁਣ ਮਹਿਰਾਜ਼ਨਾਮਾ ਕੀ ਹੈ ਰਾਜੇ, ਇਹ ਕਾਦਰ ਯਾਰ ਦੀ ਸਭ ਤੋਂ ਲੰਬੀ ਰਚਨਾ ਹੈ, ਮਤਲਬ ਕਿ ਇਹਦੇ ਵਿੱਚ ਛੰਦ ਬਹੁਤ ਨੇ। ਠੀਕ ਹੈ ਜੀ, ਤਾਂ ਮਹਿਰਾਜ਼ਨਾਮਾ ਕੀ ਹੈ, ਜਿਹੜੇ ਆਪਣੇ ਮੁਸਲਮਾਨਾਂ ਦੇ ਜਿਹੜੇ ਸੰਤ ਹੋਏ ਆ ਹਜ਼ਰਤ ਮੁਹੰਮਦ ਸਾਹਿਬ,
ਉਹਨਾਂ ਦਾ ਰੱਬ ਨਾਲ ਕਿਵੇਂ ਮਿਲਾਪ ਹੋਇਆ, ਕਿਵੇਂ ਉਹ ਦਰਗਾਹ ਦੇ ਵਿੱਚ ਪਹੁੰਚੇ, ਉਸ ਪੂਰੀ ਉਹਨਾਂ ਦੀ ਕਹਾਣੀ ਹੈ। ਠੀਕ ਹੈ, ਹਜ਼ਰਤ ਮੁਹੰਮਦ ਸਾਹਿਬ ਦੀ। ਤਾਂ ਮਹਿਰਾਜਨਾਮਾ ਉਹ ਹੈ। ਤਾਂ ਕਹਿਣ ਦਾ ਮਤਲਬ ਕਿ ਇਸਲਾਮੀ ਇਤਿਹਾਸ ਦੇ ਵਿੱਚ ਇਸ ਘਟਨਾ ਦੀ ਬਹੁਤ ਮਹੱਤਤਾ ਹੈ। ਠੀਕ ਹੈ, ਮਹਿਰਾਜਨਾਮਾ ਦੀ ਬਹੁਤ ਜ਼ਿਆਦਾ ਕੀ ਹੈ, ਉਹਨਾਂ ਦਾ ਉੱਚ ਸਥਾਨ ਹੈ। ਰੋਜ਼ਨਾਮਾ ਹੈਗਾ ਰਾਜੇ, ਤੁਹਾਨੂੰ ਪਤਾ ਹੀ ਹੈ ਮੁਸਲਮਾਨ ਲੋਕ ਰੋਜ਼ੇ ਰੱਖਦੇ ਆ ਰਾਜੇ। ਠੀਕ ਹੈ, ਜਿਵੇਂ ਆਪਾਂ ਹਿੰਦੂ ਭਾਈਚਾਰਾ ਆਪਣਾ ਵਰਤ ਰੱਖਦਾ ਹੈ, ਤਾਂ ਕਹਿੰਦਾ ਜੀ ਇਸ ਵਿੱਚ ਰੋਜ਼ਿਆਂ ਦੀ ਸਖਤੀ ਤੇ ਰਿਆਜ਼ਤ ਬਾਰੇ ਚਾਨਣਾ ਪਾਇਆ ਗਿਆ ਕਿ ਰੋਜ਼ੇ ਕਿਵੇਂ ਰੱਖਣੇ ਆ, ਤੇ ਰੋਜ਼ੇ ਰੱਖਦੇ ਸਮੇਂ ਕੋਈ ਗਲਤੀ ਨਹੀਂ ਕਰਨੀ। ਕਹਿਣ ਦਾ ਮਤਲਬ ਉਹਦੀ ਜਿਹੜੀ ਮਰਿਆਦਾ ਹੈਗੀ ਆ ਉਹਦੇ ਬਾਰੇ ਲਿਖਿਆ ਗਿਆ ਰੋਜ਼ਨਾਮਾ ਦੇ ਵਿੱਚ। ਇਹ ਸਾਰੀਆਂ ਕਾਦਰ ਯਾਰ ਦੀਆਂ ਰਚਨਾਵਾਂ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਕਾਦਰ ਯਾਰ ਦੇ ਵਿੱਚ ਪੂਰਨ ਭਗਤ ਰਾਜਾ ਰਸਾਲੂ ਤੇ ਹਰੀ ਸਿੰਘ ਨਲੂਆ ਜੀ ਬਾਰੇ ਲਿਖਣ ਵਾਲਾ ਇਹ ਪਹਿਲਾ ਕਵੀ ਹੈ। ਇਹ ਯਾਦ ਰੱਖਣਾ, ਵਾਰ ਹਰੀ ਸਿੰਘ ਨਲੂਆ ਜੀ ਰਾਜਾ ਰਸਾਲੂ ਜੀ ਬਾਰੇ ਤੇ ਪੂਰਨ ਭਗਤ ਸਪੈਸ਼ਲ ਮੈਂ ਕਹਿ ਰਿਹਾ ਕਿਉਂਕਿ ਐਗਜ਼ਾਮ ਦੇ ਵਿੱਚ ਇਹਦੇ ਬਾਰੇ ਜ਼ਿਆਦਾ ਪੁੱਛਦੇ ਆ। ਤਾਂ ਪਹਿਲੀ ਵਾਰੀ ਕਿਹਨੇ ਲਿਖਿਆ ਰਾਜੇ, ਕਾਦਰ ਯਾਰ ਨੇ ਲਿਖਿਆ। ਤਾਂ ਪੂਰਨ ਭਗਤ ਦੇਖੋ, ਜਿਹੜੀ ਇਹ ਕਿਤਾਬ 3 ਰੁਪਈਆਂ ਦੀ ਮਿਲਦੀ ਹੈ, ਇਹ ਅੰਮ੍ਰਿਤਸਰ ਵਿਖੇ ਪਹਿਲਾਂ ਮਿਲਦੀ ਸੀ, ਪੁਰਾਣੀ ਹੁਣ ਸ਼ਾਇਦ ਰੇਟ ਮਹਿੰਗਾ ਹੋਊਗਾ। ਤਾਂ ਇਹ ਜਿਹੜੀ ਕਿਤਾਬ ਹੈਗੀ ਤੁਸੀਂ ਪੜ੍ਹ ਸਕਦੇ ਹੋ ਰਾਜੇ, ਇਹ ਬਹੁਤ ਆਨੰਦ ਆਊਗਾ ਤੁਹਾਨੂੰ ਕਿਤਾਬ ਪੜ੍ਹ ਕੇ। ਠੀਕ ਹੈ, ਪੂਰਨ ਭਗਤ ਕਿਵੇਂ ਪੂਰਨ ਭਗਤ ਨੂੰ ਤਸੀਹੇ ਦਿੱਤੇ ਗਏ ਉਹਦੇ ਬਾਪ ਵੱਲੋਂ। ਠੀਕ ਹੈ ਜੀ, ਰਾਣੀ ਸੁੰਦਰਾ ਨੇ ਕਿਵੇਂ ਉਹਨੂੰ ਫਸਾਇਆ। ਠੀਕ ਹੈ, ਸਭ ਕੁਝ ਹੈ ਇਹਦੇ ਵਿੱਚ। ਠੀਕ ਹੈ ਜੀ, ਚਲੋ ਜੀ ਆਪਾਂ ਗੱਲ ਕਰਦੇ ਹਾਂ ਨੈਕਸਟ ਦਮੋਦਰ। ਤਾਂ ਦਮੋਦਰ ਕਵੀ ਬਾਰੇ ਇੱਕ ਕੁਐਸਚਨ ਆਇਆ ਸੀਗਾ ਕਿ ਦਮੋਦਰ ਦਾ ਅਸਲੀ ਨਾਮ ਕੀ ਹੈ। ਮੈਂ ਐਮਸੀਕਿਊ ਦੇ ਵਿੱਚ ਵੀ ਪਾਇਆ, ਇਹ ਪੇਪਰ ਦੇ ਵਿੱਚ ਆਇਆ ਸੀਗਾ। ਹੁਣ ਆਪਾਂ ਦਮੋਦਰ ਨਾਮ ਜਦੋਂ ਸੋਚਦੇ ਹਾਂ, ਆਪਾਂ ਸੋਚਦੇ ਹਾਂ ਯਾਰ ਮੁਸਲਮਾਨ ਬੰਦਾ ਹੋਊਗਾ। ਠੀਕ ਹੈ, ਆਪਣੇ ਦਿਮਾਗ 'ਚ ਇਹੀ ਹੁੰਦਾ ਕਿ ਮੁਸਲਿਮ ਕਵੀ ਹੋਊਗਾ, ਬਟ ਜਿਹੜਾ ਇਹਨਾਂ ਦਾ ਨਾਮ ਸੀਗਾ ਰਾਜੇ ਉਹ ਸੀਗਾ ਦਮੋਦਰ ਦਾਸ ਅਰੋੜਾ। ਠੀਕ ਹੈ ਜੀ, ਪੰਜਾਬੀ ਦਾ ਮਸ਼ਹੂਰ ਕਿੱਸਾਕਾਰ ਕਵੀ ਹੋਇਆ। ਕਹਿੰਦਾ ਜੀ ਇਹਨੇ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਦੇ ਵਿੱਚ ਲਿਖਿਆ। ਕਿਹਨੇ ਲਿਖਿਆ ਰਾਜੇ, ਦਮੋਦਰ ਨੇ। ਆਹ ਬੰਦਾ ਜੀ ਦਮੋਦਰ ਦਾਸ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਕਹਿੰਦਾ ਜੀ ਕਿੱਸਾ ਜਿਹੜਾ ਇਹਦੇ ਨਾਮ ਤੇ ਹੈਗਾ ਜੀ ਹੀਰ ਦਮੋਦਰ, ਬਹੁਤ ਮਸ਼ਹੂਰ ਹੋਇਆ ਰਾਜੇ। ਕਹਿੰਦਾ ਜੀ ਇਹ ਰਚਨਾ ਦਾ ਰੂਪ ਕਿੱਸਾ ਹੈ ਤੇ ਇਹਦਾ ਨਾਮ ਹੈਗਾ ਹੀਰ ਦਮੋਦਰ, ਕਿਸੇ ਦਾ ਨਾਮ ਹੈ। ਕਹਿੰਦਾ ਜੀ ਦਮੋਦਰ ਦੇ ਜੀਵਨ ਬਾਰੇ ਥੋੜੀ ਬਹੁਤੀ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਵਿੱਚੋਂ ਇੱਕ ਰਚਨਾ ਮਿਲਦੀ ਹੈ ਉਹਨਾਂ ਦੇ ਨਾਮ ਤੇ। ਕਿਹਾ ਜਾਂਦਾ ਕਿ ਉਹਦਾ ਜਨਮ ਲੋਧੀ ਖਾਨਦਾਨ ਦੇ ਜ਼ਮਾਨੇ ਵਿੱਚ ਹੋਇਆ ਸੀਗਾ ਤੇ ਉਹ ਅਕਬਰ ਦੇ ਜ਼ਮਾਨੇ ਵਿੱਚ ਉਹਦੀ ਮੌਤ ਹੋਈ ਸੀਗੀ। ਮਤਲਬ ਕੋਈ ਪ੍ਰਮਾਣਿਕ ਤੱਥ ਨਹੀਂ ਮਿਲਦੇਗੇ। ਅਗਰ ਆਪਾਂ ਗੱਲ ਕਰੀਏ, ਉਹਦਾ ਜਿਹੜਾ ਪਿੰਡ ਸੀਗਾ ਰਾਜੇ ਬੁਲਾਰਾ ਸੀਗਾ, ਜੋ ਤਹਿਸੀਲ ਚਨਿਆਉਟ ਪਾਕਿਸਤਾਨ ਦਾ ਜ਼ਿਲ੍ਹਾ ਝੰਗ ਹੈ ਉੱਥੇ ਪੈਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਰਾਜੇ, ਉਹ ਜਾਤ ਦਾ ਅਰੋੜਾ, ਗੁਲਾਟੀ ਜਾਤ ਦਾ ਅਰੋੜਾ ਬੰਦਾ ਸੀਗਾ, ਅਰੋੜਾ ਜਾਤ ਦਾ ਸੀਗਾ। ਤੇ ਕਿਸੇ ਵਿੱਚ ਉਹ ਆਪਣੇ ਆਪ ਹੀ ਕਹਿੰਦਾ ਇਹਦੇ ਬਾਰੇ। ਠੀਕ ਹੈ, ਇਹ ਜਿਹੜੀ ਜਾਣਕਾਰੀ ਮਿਲਦੀ ਹੈ ਉਹਦੇ ਕਿੱਸਿਆਂ ਵਿੱਚੋਂ ਹੀ ਮਿਲਦੀ ਹੈ। ਨਾਉ ਦਮੋਦਰ ਜਾਤ ਗੁਲਾਟੀ। ਠੀਕ ਹੈ, ਕਹਿਣ ਦਾ ਮਤਲਬ ਉਹਦੇ ਨਾਮ ਦੇ ਵਿੱਚੋਂ, ਉਹਦੇ ਕਿੱਸਿਆਂ ਦੇ ਵਿੱਚੋਂ ਹੀ ਉਹਦੀ ਨਾਮ ਤੇ ਜਾਤ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਹਿੰਦਾ ਜੀ ਹੀਰ ਦਮੋਦਰ ਦੀ ਇੱਕ ਲੰਬੀ ਬਿਆਨੀਆਂ ਕਵਿਤਾਵਾਂ ਦਾ ਇੱਕ ਨਮੂਨਾ ਹੈ, ਜੋ ਕਿ ਲਹਿੰਦੀ ਦੀ ਉਪਭਾਸ਼ਾ ਝਾਂਗੀ ਵਿੱਚ ਲਿਖੀ ਗਈ ਹੈ। ਠੀਕ ਹੈ, ਸਭ ਤੋਂ ਲੰਬੀ ਮਤਲਬ ਕਿ ਕਵਿਤਾ ਲਿਖੀ ਹੈ ਨੇ ਦਮੋਦਰ ਨੇ, ਹੀਰ, ਤੇ ਉਪਭਾਸ਼ਾ ਝਾਂਗੀ ਦੇ ਵਿੱਚ ਲਿਖੀ ਗਈ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਜਿਹੜੀ ਉਹਦੀ ਸ਼ਬਦਾਵਲੀ ਹੈ, ਜਿਹੜੀ ਉਹਦੀ ਕਵਿਤਾਵਾਂ ਦੀ, ਉਹ ਗੁਰਮਤ ਅਤੇ ਸੂਫੀ ਸ਼ਬਦਾਵਲੀ ਦਾ ਪ੍ਰਭਾਵ ਪੈਂਦਾ ਉਹਦੀ ਕਵਿਤਾਵਾਂ ਦੇ ਵਿੱਚ। ਤੇ ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਤੇ ਅਕਬਰ ਦੇ ਰਾਜ ਦਾ ਵਰਣਨ ਆਉਂਦਾ ਹੈ। ਤਾਂ ਇੱਥੋਂ ਇੱਕ ਆਈਡੀਆ ਲੱਗਦਾ ਕਿ ਉਹ ਅਕਬਰ ਦੇ ਰਾਜ ਦੇ ਸਮੇਂ ਕੀ ਹੋਇਆ ਸੀਗਾ, ਉਹਦੀ ਮੌਤ ਹੋਈ ਸੀ ਨੇੜੇ ਤੇੜੇ ਜਾ ਕੇ। ਤਾਂ ਕਹਿੰਦਾ ਜੀ ਇਸੇ ਲਈ ਇਸ ਦੇ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਜਾਪਦੀ ਹੈ। ਕਹਿੰਦਾ ਜੀ ਪਾਤਸ਼ਾਹੀ ਜੋ ਅਕਬਰ ਸੰਧੀ ਹੀਲ ਹੁਜਤ ਨਾ ਕਾਈ। ਇਹ ਮਤਲਬ ਕਿ ਉਹਦੀ ਰਚਨਾਵਾਂ ਦੇ ਵਿੱਚੋਂ ਇੱਕ ਪੰਕਤੀ ਲਈ ਗਈ ਹੈ, ਸਤਰ ਲਈ ਗਈ ਹੈ, ਜਿੱਥੋਂ ਅਕਬਰ ਦੇ ਬਾਰੇ ਜਾਣਕਾਰੀ ਮਿਲਦੀ ਹੈ। ਤਾਂ ਇਹ ਸੀਗਾ ਜੀ ਆਪਣਾ ਕਵੀ ਦਮੋਦਰ। ਲਾਸਟ ਆਪਾਂ ਕਰਦੇ ਹਾਂ ਜੀ ਫਜ਼ਲ ਸ਼ਾਹ। ਫਜ਼ਲ ਸ਼ਾਹ ਦਾ ਵੀ ਜਿਹੜਾ ਜਨਮ ਮਿਲਦਾ ਰਾਜੇ 1827 ਤੋਂ 1890 ਮਿਲਦਾ। ਵੱਖਰੇ ਵੱਖਰੇ ਜੇ ਗੂਗਲ ਕਰੋਗੇ ਵੱਖਰਾ ਵੱਖਰਾ ਮਿਲੂਗਾ, ਵੱਖਰੀ ਵੱਖਰੀ ਬੁੱਕਸ ਦੇ ਵਿੱਚ ਮਿਲੂਗਾ। ਫਿਰ ਮੈਂ ਵਾਰ-ਵਾਰ ਗੱਲ ਕਹੂੰਗਾ, PSEB ਦੀ ਕਿਤਾਬਾਂ ਦੇ ਅਨੁਸਾਰ ਇਹਦਾ ਜਿਹੜਾ ਹੈਗਾ 1827 ਤੋਂ 1890 ਜਨਮ ਕਾਲ ਬਣਦਾ ਹੈ। ਕਹਿੰਦਾ ਜੀ ਫਜ਼ਲ ਸ਼ਾਹ ਜਿਹੜਾ ਪੰਜਾਬੀ ਕਵੀ ਸੀਗਾ ਜਿਸਨੇ ਹੀਰ ਰਾਂਝਾ, ਲੈਲਾ ਮਜਨੂ, ਸੋਹਣੀ ਮਹੀਵਾਲ। ਹੁਣ ਦੇਖੋ ਮੈਂ ਹਾਈਲਾਈਟ ਕੀਤਾ ਸੋਹਣੀ ਮਹੀਵਾਲ। ਸੋਹਣੀ ਮਹੀਵਾਲ ਦੀ ਗੱਲ ਆਊਗੀ ਤਾਂ ਇਹਦਾ ਆਂਸਰ ਆਊਗਾ ਫਜ਼ਲ ਸ਼ਾਹ। ਕਹਿੰਦਾ ਜੀ ਉਹਨੇ ਬਹੁਤ ਸਾਰੇ ਕਿੱਸੇ ਲਿਖੇ, ਪਰ ਜਿਹੜਾ ਉਹਦਾ ਕਿੱਸਾ ਹੈਗਾ ਸੋਹਣੀ ਮਹੀਵਾਲ ਉਹ ਵਧੇਰੇ ਮਕਬੂਲ ਹੋਇਆ, ਉਹੀ ਮਸ਼ਹੂਰ ਹੋਇਆ। ਫਜ਼ਲ ਸ਼ਾਹ ਦਾ ਜਿਹੜਾ ਜਨਮ ਹੋਇਆ ਰਾਜੇ 1827 ਦੇ ਵਿੱਚ ਸੈਯਦ ਕੁਤਬ ਸ਼ਾਹ ਦੇ ਘਰ ਨਾਵਾਂਕੋਟ ਲਾਹੌਰ ਦੀ ਬਸਤੀ ਵਿੱਚ ਹੋਇਆ। ਠੀਕ ਹੈ ਜੀ, ਇਹਦਾ ਦੇਹਾਂਤ ਹੋਇਆ 1890 ਦੇ ਵਿੱਚ। ਤੇ ਫਜ਼ਲ ਸ਼ਾਹ ਕਹਿੰਦਾ ਜੀ ਆਪਣੇ ਸਮੇਂ ਦਾ ਉਸਤਾਦ ਕਵੀ ਸੀਗਾ, ਆਪਣੇ ਟਾਈਮ ਦਾ ਬਹੁਤ ਮਸ਼ਹੂਰ ਕਵੀ ਸੀਗਾ। ਉਹਦਾ ਕਹਿੰਦੇ ਜਿਹੜੀ ਉਹਦੀ ਮਜ਼ਾਰ ਹੈਗੀ ਆ, ਉਹਦੀ ਜਗ੍ਹਾ ਬਣੀ ਆ, ਕਬਰ ਬਣੀ ਆ, ਉਹ ਬਣੀ ਆ ਮੁਲਤਾਨ ਰੋਡ ਲਾਹੌਰ ਵਿਖੇ ਬਣੀ ਆ। ਅਰਬੀ ਫਾਰਸੀ ਤੋਂ ਭਲੀ ਭਾਂਤ ਵਾਕਫ ਇਸ ਕਿੱਸਾਕਾਰ ਨੇ ਆਪਣੇ ਬਾਰੇ ਲਿਖਿਆ ਰਾਜੇ। ਕੀ ਲਿਖਿਆ? ਫਜ਼ਲ ਸ਼ਾਹ ਦੀ ਕਹਿੰਦਾ ਕਿਰਤ ਸੋਹਣੀ ਮਹੀਵਾਲ ਹੈ ਤੇ ਜਿਸ ਨੂੰ ਪੰਜਾਬੀ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ। ਤੇ ਇਹਨੇ ਫਜ਼ਲ ਸ਼ਾਹ ਨੇ ਕੀ ਲਿਖਿਆ ਜੀ? ਸੋਹਣੀ ਮਹੀਵਾਲ ਲਿਖਿਆ। ਤੇ ਉਹਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਰਾਜੇ, ਤੁਹਾਨੂੰ ਮੈਂ ਦੱਸਿਆ ਹੀ ਹੈ। ਠੀਕ ਹੈ, ਤੇ ਪੰਜਾਬੀ ਕਿੱਸਾਕਾਰਾਂ ਦੇ ਵਿੱਚ 2 ਦਰਜਾ ਵਾਰਿਸ ਸ਼ਾਹ ਦੀ ਹੀਰ ਨੂੰ ਪ੍ਰਾਪਤ ਹੋਇਆ ਰਾਜੇ। ਉਹੀ ਦਰਜਾ ਕਿਹਨੂੰ ਮਿਲਿਆ? ਫਜ਼ਲ ਸ਼ਾਹ ਦੇ ਸੋਹਣੀ ਮਹੀਵਾਲ ਦੀ ਕਵਿਤਾ ਨੂੰ ਮਿਲਿਆ। ਕਹਿਣ ਦਾ ਮਤਲਬ ਉਹਨਾਂ ਮਕਬੂਲ ਹੋਇਆ ਜਿੰਨਾ ਵਾਰਿਸ ਸ਼ਾਹ ਦੀ ਹੀਰ ਹੋਈ ਹੈ। ਕਹਿੰਦਾ ਜੋ ਪ੍ਰਸਿੱਧੀ ਫਜ਼ਲ ਸ਼ਾਹ ਨੂੰ ਸੋਹਣੀ ਮਹੀਵਾਲ ਕਰਕੇ ਹੋਈ ਆ, ਕਿਸੇ ਹੋਰ ਕਿਸੇ ਕਰਕੇ ਨਹੀਂ ਹੋਏਗੀ। ਤੇ ਫਜ਼ਲ ਸ਼ਾਹ ਮਨੁੱਖ ਦੇ ਮਨਾਂ ਦੀਆਂ ਉਹਨਾਂ ਤਰੱਕਾਂ ਨੂੰ ਜਾਣਦਾ ਹੈ ਜਿਨ੍ਹਾਂ ਨੂੰ ਛੇੜਿਆਂ ਕਰੁਣਾ ਰਸ ਪੈਦਾ ਹੁੰਦਾ। ਕਹਿਣ ਦਾ ਮਤਲਬ ਇਹਨੂੰ ਲਿਖਣ ਦਾ ਬਹੁਤ ਵਧੀਆ ਢੰਗ ਸੀਗਾ, ਇਹ ਲੋਕਾਂ ਦੇ ਦਿਲਾਂ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਸੀਗਾ।
ਤਾਂ ਮਿਸਾਲ ਦੇ ਤੌਰ ਤੇ ਦੂਜੇ ਕਿੱਸੇਕਾਰਾਂ ਨੇ ਲਿਖਿਆ ਸੀ ਕਿ ਸੋਹਣੀ ਜਦੋਂ ਦਰਿਆ ਦੇ ਵਿੱਚ ਠਿੱਲ ਪਈ ਤਾਂ ਉਸ ਨੂੰ ਪਤਾ ਲੱਗਾ ਕਿ ਘੜਾ ਕੱਚਾ ਹੈ। ਹੁਣ ਦੇਖੋ ਸੋਹਣੀ ਮਹੀਵਾਲ ਲਿਖਿਆ ਤਾਂ ਪਹਿਲਾਂ ਵੀ ਸੀਗਾ, ਪਰ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਸੋਹਣੀ ਨੂੰ ਬਾਅਦ ਚ ਪਤਾ ਲੱਗਾ ਵੀ ਘੜਾ ਕੱਚਾ, ਪਹਿਲਾਂ ਉਹ ਦਰਿਆ ਦੇ ਵਿੱਚ ਉਹਨੇ ਕੀ ਕਰਤਾ, ਛਾਲ ਮਾਰਤੀ। ਪਰ ਇਹ ਉਲਟ ਲਿਖਦਾ ਹੈ, ਇਹ ਕਹਿੰਦਾ ਜੀ ਸੋਹਣੀ ਦੇ ਦਿਲ ਦੀ ਗੱਲ ਲਿਖਦਾ ਹੈ, ਕਹਿੰਦਾ ਉਹਨੂੰ ਪਤਾ ਹੀ ਸੀਗਾ ਘੜਾ ਕੱਚਾ, ਪਰ ਉਹ ਕਹਿੰਦੀ ਮੈਂ ਮਿਲਣਾ ਹੀ ਮਿਲਣਾ ਆਪਣੇ ਆਸ਼ਕ ਨੂੰ, ਮੈਂ ਆਪਣੀ ਜਾਨ ਦੇ ਦੂੰਗੀ। ਤਾਂ ਕਹਿੰਦਾ ਜੀ ਫਜ਼ਲ ਸ਼ਾਹ ਲਿਖਦਾ ਹੈ ਕਿ ਉਸਨੇ ਹੱਥ ਲਾਇਆ ਸੀ, ਉਹਨੂੰ ਪਤਾ ਲੱਗ ਗਿਆ ਸੀ ਘੜਾ ਕੱਚਾ ਹੈ, ਮੌਤ ਉਹਨੂੰ ਆਵਾਜ਼ਾਂ ਮਾਰ ਰਹੀ ਹੈ, ਪਰ ਫਿਰ ਵੀ ਉਹ ਉਹਨੂੰ ਮਿਲਣ ਵਾਸਤੇ ਗਈ। ਠੀਕ ਹੈ ਜੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਸੋਹਣੀ ਦੇ ਆਖੀਰਲੇ ਵਰਲਾਪ ਵਿੱਚ ਜੋ ਦਰਦ ਉਸਨੇ ਪੇਸ਼ ਕੀਤਾ, ਮਤਲਬ ਕਿਸੇ ਹੋਰ ਕੋਈ ਬੰਦਾ ਇਹਨੂੰ ਪੇਸ਼ ਨਹੀਂ ਕਰ ਸਕਿਆ, ਇਸੇ ਕਰਕੇ ਜਿਹੜਾ ਇਹਦਾ ਕਿੱਸਾ ਹੈਗਾ ਸੋਹਣੀ ਮਹੀਵਾਲ ਜ਼ਿਆਦਾ ਮਸ਼ਹੂਰ ਹੋਇਆ। ਕਹਿੰਦਾ ਜੀ ਮਰ ਚੁੱਕੀ ਹਾਂ ਜਾਨ ਹੈ ਨੱਕ ਉੱਤੇ ਮੱਥੇ ਆਓ ਬੇਲੀਆ ਵਾਸਤਾਈ। ਕਹਿਣ ਦਾ ਮਤਲਬ ਉਹ ਲਾਸਟ ਜਿਹੜੀ ਦਰਦ ਬਿਆਨ ਕਰਦਾ ਸੋਹਣੀ ਦਾ ਕਿ ਉਹ ਮਰਨ ਕਿਨਾਰੇ ਸੀ, ਪਰ ਉਹਦੀ ਇੱਕ ਇੱਛਾ ਸੀਗੀ ਮਰਨ ਤੋਂ ਪਹਿਲਾਂ ਉਹ ਆਪਣੇ ਜਿਹੜਾ ਆਸ਼ਕ ਹੈਗਾ ਉਹਨੂੰ ਜ਼ਰੂਰ ਮਿਲੇ। ਠੀਕ ਹੈ ਜੀ। ਮੇਰਾ ਆਖਰੀ ਵਕਤ ਵਿਸਾਲ ਹੋਇਆ ਗੱਲ ਲਾਓ ਬੇਲੀਆ ਵਾਸਤਾ ਵੀ। ਠੀਕ ਹੈ। ਇਹਦੀ ਕਵਿਤਾ ਦੀ ਕੀ ਹੈ, 2 ਸਤਰਾਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸ ਰਿਹਾ, ਮਤਲਬ ਕਿ ਤੁਹਾਨੂੰ ਜਾਣਕਾਰੀ ਵਾਸਤੇ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੀ ਪੂਰੀ ਵੀਡੀਓ ਦਾ ਨਿਚੋੜ ਨਿਕਲ ਕੇ ਕੀ ਆਉਂਦਾ। ਵੈਸੇ ਤੁਸੀਂ ਪੂਰੀ ਵੀਡੀਓ ਦੇਖਣੀ ਹੈ, ਥੋੜਾ ਜਿਹਾ ਤੁਹਾਨੂੰ ਇਹਦੇ ਵਿੱਚੋਂ ਬਹੁਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਪਰ ਬਿਲਕੁਲ ਹੀ ਪੁਆਇੰਟ ਟੂ ਪੁਆਇੰਟ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਰਾਜੀ। ਜੋ ਪੇਪਰ ਵਾਸਤੇ ਮਿਰਜ਼ਾ ਸਾਹਿਬਾ ਦੀ ਅਗਰ ਆਪਾਂ ਗੱਲ ਕਰਾਂਗੇ ਤਾਂ ਆਂਸਰ ਆਊਗਾ ਪੀਲੂ। ਵੈਸੇ ਮਿਰਜ਼ਾ ਸਾਹਿਬਾ ਹੋਰ ਬੰਦਿਆਂ ਨੇ ਵੀ ਲਿਖਿਆ, ਪਰ ਜਿਹੜਾ ਮਕਬੂਲ ਹੋਇਆ ਉਹ ਪੀਲੂ ਦਾ ਹੋਇਆ। ਜੇ ਮੈਂ ਮਿਰਜ਼ਾ ਸਾਹਿਬਾ ਦੀ ਗੱਲ ਕਰਾਂ ਹੋਰ ਕਿਹਨੇ ਲਿਖਿਆ, ਹਾਫਿਜ਼ ਬਰਖੁਦਾਰ ਨੇ ਵੀ ਲਿਖਿਆ। ਜੇ ਮੈਂ ਸ਼ੀਰੀ ਫਰਿਆਦ ਦੀ ਗੱਲ ਕਰਾਂ ਤਾਂ ਹਾਫਿਜ਼ ਬਰਖੁਦਾਰ। ਜੇ ਮੈਂ ਗੱਲ ਕਰਾਂ ਯੂਸਫ ਜਲੇਖਾਂ ਤੇ ਹਾਫਿਜ਼ ਬਰਖੁਦਾਰ। ਜੇ ਮੈਂ ਗੱਲ ਕਰਾਂ ਹੀਰ ਰਾਂਝਾ ਸੈयद ਵਾਰਿਸ ਸ਼ਾਹ ਤੇ ਕਿੱਸਾ ਹੀਰ ਸैयद ਵਾਰਿਸ ਸ਼ਾਹ। ਸਾਰੇ ਯਾਦ ਰੱਖਣੇ ਆ। ਜਿਹੜੇ ਆ ਤਾਂ ਹੈਗੇ ਆ ਬਿਲਕੁਲ ਖਾਸ ਇੰਪੋਰਟੈਂਟ ਆ ਤੁਹਾਡੇ। ਠੀਕ ਹੈ, ਜਿਹੜੇ ਮੈਂ ਟਿਕ ਕਰ ਰਿਹਾ, ਇਹ ਤਾਂ ਤੁਸੀਂ ਭੁੱਲਣੇ ਨਹੀਂਗੇ ਕਿਸੇ ਹਾਲਤ ਦੇ ਵਿੱਚ। ਨੈਕਸਟ ਅਗਰ ਆਪਾਂ ਮੈਂ ਗੱਲ ਕਰੀਏ ਸੋਹਣੀ ਮਹੀਵਾਲ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜੇ। ਫਜ਼ਲ ਸ਼ਾਹ, ਕਿੱਸਾ ਪੂਰਨ ਭਗਤ ਕਾਦਰ ਯਾਰ। ਠੀਕ ਹੈ ਜੀ। ਇਹ ਦੋਨੇ ਤਾਂ ਬਹੁਤ ਜ਼ਿਆਦਾ 101% ਇੰਪੋਰਟੈਂਟ ਨੇ। ਤਾਂ ਇਹ ਸੀਗਾ ਜੀ ਤੁਹਾਡੇ ਪੂਰੀ ਵੀਡੀਓ ਦਾ ਨਿਚੋੜ। ਇਸ ਤੋਂ ਇਲਾਵਾ ਹੀਰ ਤੁਹਾਨੂੰ ਮੈਂ ਦੱਸ ਦਿੱਤੀ ਰਾਜੇ ਸैयद ਵਾਰਿਸ ਸ਼ਾਹ ਨੇ ਲਿਖੀ ਹੈ। ਕਿੱਸਾ ਹੀਰ ਵੀ ਸैयद ਵਾਰਿਸ ਸ਼ਾਹ ਨੇ ਲਿਖਿਆ ਹੈ। ਹੁਣ ਤੁਸੀਂ ਮੈਨੂੰ ਦੱਸਣਾ ਸੱਸੀ ਪੁੰਨੂ ਕਿਹਨੇ ਲਿਖਿਆ ਹੈ। ਦੇਖੋ ਸੱਸੀ ਪੁੰਨੂ ਮੈਂ ਤੁਹਾਨੂੰ ਤਾਂ ਨਹੀਂ ਦੱਸ ਰਿਹਾ ਕਿਉਂਕਿ ਤੁਹਾਨੂੰ ਮੈਂ ਪੜ੍ਹਾ ਚੁੱਕਿਆ ਸੂਫੀਇਜ਼ਮ ਪੜ੍ਹਾਇਆ ਹੋਇਆ, ਸੂਫੀ ਕਾਵ ਪੜ੍ਹਾਇਆ ਹੋਇਆ। ਸੂਫੀ ਕਾਵ ਦੇ ਵਿੱਚ ਮੈਂ ਇੱਕ ਬੰਦੇ ਦੀ ਜੀਵਨੀ ਪੜ੍ਹਾਈ ਸੀ, ਉਹਨਾਂ ਨੇ ਲਿਖਿਆ ਸੱਸੀ ਪੁੰਨੂ। ਇਹ ਪੇਪਰ ਦੇ ਵਿੱਚ 101% ਆਊਗਾ। ਤੁਹਾਡਾ ਕੋਈ ਪੇਪਰ ਲੈ ਲਓ, ਚਾਹੇ ਸੁਪਰਵਾਈਜ਼ਰ ਦਾ ਪੇਪਰ ਲੈ ਲਓ, ਚਾਹੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਲੈ ਲਓ, ਜਾਂ ਕੋਈ ਹੋਰ ਪੇਪਰ ਲੈ ਲਓ, ਉਹਦੇ ਵਿੱਚ ਪੁੱਛਿਆ ਜਾਊਗਾ। ਸਾਰਿਆਂ ਨੇ ਕਮੈਂਟ ਕਰਨਾ, ਜੇ ਨਹੀਂ ਪਤਾ ਹੋਊਗਾ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਕੇ ਉਹਨੂੰ ਪਿੰਨ ਕਰ ਦੂੰਗਾ, ਤੁਸੀਂ ਸਾਰੇ ਉੱਥੋਂ ਆਨਸਰ ਪਤਾ ਕਰ ਲਿਓ। ਤਾਂ ਕਮੈਂਟ ਜ਼ਰੂਰ ਕਰਨਾ ਹੈ। ਬਾਕੀ ਬੇਟੇ ਕਈ ਬੱਚੇ ਪੁੱਛਦੇ ਆ, ਠੀਕ ਹੈ ਜੀ, ਆਪਾਂ ਕੰਪਿਊਟਰ ਦਾ ਪੰਜਾਬ ਜੀਕੇ ਤੇ ਪੰਜਾਬੀ ਵਿਆਕਰਣ ਦੀ ਤਿਆਰੀ ਕਰਾ ਰਹੇ ਹਾਂ। ਪੰਜਾਬੀ ਵਿਆਕਰਣ ਵੀ ਲਗਭਗ ਕੰਪਲੀਟ ਹੋ ਗਿਆ ਆਪਣਾ, ਉਹਦੇ ਵਿੱਚ 1-2 ਵੀਡੀਓ ਹੋਰ ਆਉਣਗੀਆਂ। ਪੰਜਾਬ ਜੀਕੇ ਦੇ ਵਿੱਚ ਹਜੇ ਵੀਡੀਓ ਹੋਰ ਆਉਣਗੀਆਂ। ਕੰਪਿਊਟਰ ਆਲਰੇਡੀ ਆਪਾਂ ਕਰਾ ਚੁੱਕੇ ਹਾਂ, ਥਿਊਰੀ MCQ ਆਪਣਾ ਪਿਆ ਹੋਇਆ ਸਾਰੇ ਆਪਣੇ ਚੈਨਲ ਦੇ ਉੱਪਰ। 101% ਲੈਵਲ ਦੀ ਤਿਆਰੀ ਕਰਵਾ ਰਹੇ ਹਾਂ। ਤੇ ਬੇਟਾ ਕਈ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਫੇਕ ਲੋਕ ਆ, ਠੱਗੀਆਂ ਮਾਰ ਰਹੇ ਆ ਤੁਹਾਡੇ ਨਾਲ, ਮੇਰਾ ਨਾਮ ਲੈ ਕੇ ਨੋਟਸ ਵੇਚ ਰਹੇ ਆ, ਜਿਹੜੇ ਕਿ ਉਹ ਗਲਤ ਨੋਟਸ ਵੇਚ ਰਹੇ ਆ। ਕਿਸੇ ਨੂੰ ਕੋਈ ਨੋਟਸ ਚਾਹੀਦੇ ਰਾਜੇ, ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ, ਮੈਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਹੈ। ਠੀਕ ਹੈ, ਸ਼ੇਅਰ ਵੀ ਕਰ ਦਿਆ ਕਰੋ ਬੇਟਾ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ। ਸ਼ੁਕਰੀਆ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।